वो है उत्पत्ति का 15वां भाग। और मैं सारे भैन भरावां नूं ये अर्ज करूंगा कि थोड़े जे भैन भरा वचन पढ़ते आ, कोशिश करिया करो कि तुसी प्रभु के वचन नूं पढ़िया करो। बड़ी घर दे विच बरकत आउंदी जिसले प्रभु का वचन पढ़िया जाता, क्योंकि इस दे नाल कोई ना मींह जिसले पैंदा कुछ ना कुछ तो अंदर पैंदा, राइट। सो मैं तुहानूं सारिआं नूं इनकरेज करदा। आओ 15वां भाग ਅਸੀਂ ਪਹਿਲਾਂ प्रभु के वचन का देखांगे। उत्पत्ति का 15वां भाग, इत्थों प्रॉमिस सारा शुरू होया सी। अज मैं कोई मैप नहीं दिखाना, कोई कुछ नहीं दिखाना, अज असीं प्रभु के वचन दे विच बने रहना। सो 15वां भाग, इस दियां सिर्फ 20 आयतां। आओ इसनूं देखिए, जिसनूं मिल जाए वो इसनूं पढ़ ले। हाँ 15वां उत्पत्ति का 15वां भाग है। ओके जी। परमेश्वर दा अब्राहम नाल मेल नेम। इसलिए पिछों प्रभु ने अब्राहम नूं दर्शन दे के कहा, अब्राहम किसी तरह दा डर ना रख, मैं तेरी हर खतरे तो रखिया करांगा, तैनूं बदले विच बहुत मिलेगा। अब्राहम ने उत्तर दिता, हे प्रभु परमेश्वर, तू मैनूं की देवेगा, क्योंकि मैं अजे भी निसंतान हां। मेरे घर दमिश्की अलीआजर होवेगा, सो तू तां मैनूं कोई संतान नहीं दिती, इसलिए मेरे घर जम्मिया मेरा कोई दास ही मेरे घर वार दा मेरे पिछों वारिस होवेगा। पर प्रभु दा बोल अब्राहम ने फिर सुनिया, नहीं, तेरा वारिस ए दास नहीं होवेगा, सगों तेरा अपना पुत्र तेरा वारिस होवेगा। प्रभु अब्राहम नूं बाहर लै गया अते कहा, तारियां दी गिणती कर, तेरी संतान इन्हां जिन्नी होवेगी। अब्राहम ने प्रभु ते विश्वास किया ते इसलिए प्रभु ने भी उस नूं अपने सामने उचित ठहराया। तद प्रभु ने अब्राहम नूं कहा, मैं ही तैनूं कसदियां दे नगर ऊर तों कढ के लिआया कि तैनूं ए धरती देवां। अब्राहम ने प्रभु तो पूछया, हे प्रभु परमेश्वर, मैं किस तरह जाना कि इस धरती दा वारिस मैं बनांगा। प्रभु ने अब्राहम नूं कहा, मेरे लिए एक बैड़, एक बकरी, एक छतरा लेके आ, जिन्हां दी उम्र 3-3 साल दी होवे, इन्हां दे नाल एक-एक घुग्गी ਅਤੇ ਕਬੂਤਰ ਦਾ ਬੱਚਾ ਲੈ ਕੇ ਆ। ਅਬਰਾਮ ਇਹ ਸਭ ਚੀਜ਼ਾਂ ਲੈ ਕੇ ਆਇਆ ਅਤੇ ਜਾਨਵਰ ਦੇ ਉਸਨੇ ਦੋ ਟੋਟੇ ਕੀਤੇ ਜੋ ਇੱਕ ਦੂਜੇ ਦੇ ਉੱਤੇ ਉਸਨੇ ਰੱਖ ਦਿੱਤੇ, ਪਰ ਉਸਨੇ ਪੰਛੀਆਂ ਦੇ ਟੋਟੇ ਨਾ ਕੀਤੇ। ਸ਼ਿਕਾਰੀ ਪੰਛੀ ਉਹਨਾਂ ਉੱਤੇ ਝਪਟਦੇ ਸਨ, ਪਰ ਅਬਰਾਮ ਉਹਨਾਂ ਨੂੰ ਉਡਾ ਦਿੰਦਾ ਸੀ। ਫਿਰ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਮ ਗੂੜੀ ਨੀਂਦੇ ਸੌਂ ਗਿਆ ਅਤੇ ਉਸਨੂੰ ਇੱਕ ਡਰਾਉਣੇ ਹਨੇਰੇ ਨੇ ਆ ਘੇਰਿਆ। ਪ੍ਰਭੂ ਨੇ ਅਬਰਾਮ ਨੂੰ ਕਿਹਾ, ਤੇਰਾ ਵੰਸ਼ ਪਰਾਈ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ, ਉੱਥੋਂ ਦੇ ਲੋਕ ਉਹਨਾਂ ਤੇ ਅਤਿਆਚਾਰ ਕਰਨਗੇ ਅਤੇ 400 ਸਾਲਾਂ ਤੱਕ ਉਹਨਾਂ ਨੂੰ ਆਪਣੇ ਦਾਸ ਬਣਾਈ ਰੱਖਣਗੇ। ਪਰ ਪਿੱਛੋਂ ਮੈਂ ਉਸ ਕੌਮ ਦਾ ਨਿਆਂ ਕਰਾਂਗਾ ਜਿਸ ਦੀ ਉਹ ਸੇਵਾ ਕਰਨਗੇ ਅਤੇ ਤਦ ਤੇਰਾ ਵੰਸ਼ ਬਹੁਤ ਸਾਰਾ ਧਨ ਮਾਲ ਉੱਥੋਂ ਲੈ ਕੇ ਨਿਕਲ ਆਵੇਗਾ। ਪਰ ਤੂੰ ਸ਼ਾਂਤੀ ਨਾਲ ਆਪਣੇ ਪੁਰਖਿਆਂ ਨਾਲ ਜਾ ਮਿਲੇਗਾ ਅਤੇ ਲੰਮੀ ਉਮਰ ਦੇ ਪਿੱਛੋਂ ਤੂੰ ਕਬਰ ਵਿੱਚ ਰੱਖਿਆ ਜਾਵੇਗਾ। ਤੇਰੀ ਚੌਥੀ ਪੁਸ਼ਤ ਇੱਥੇ ਵਾਪਸ ਆਵੇਗੀ, ਕਿਉਂਕਿ ਮੈਂ ਅਮੋਰੀ ਲੋਕਾਂ ਨੂੰ ਇੱਥੋਂ ਉਸ ਸਮੇਂ ਤੱਕ ਨਹੀਂ ਕੱਢਾਂਗਾ ਜਦੋਂ ਤੱਕ ਉਹਨਾਂ ਦੀ ਬੁਰਾਈ ਦੀ ਹੱਦ ਪੂਰੀ ਨਾ ਹੋ ਜਾਵੇ। ਫਿਰ ਜਦੋਂ ਸੂਰਜ ਡੁੱਬ ਗਿਆ ਤੇ ਹਨੇਰਾ ਹੋ ਗਿਆ ਤਾਂ ਇੱਕ ਧੂਏਦਾਰ ਬਲਦਾ ਬਰਤਨ ਅਤੇ ਮਿਸਾਲ ਜਾਨਵਰਾਂ ਦੇ ਹੋਇਆਂ ਵਿੱਚੋਂ ਦੀ ਲੰਘੀ। ਉਸ ਸਮੇਂ ਪ੍ਰਭੂ ਨੇ ਅਬਰਾਮ ਨਾਲ ਇਹ ਕਹਿ ਕੇ ਨੇਮ ਬੰਨਿਆ, ਤੇਰੇ ਵੰਸ਼ ਨੂੰ ਮੈਂ ਇਹ ਸਾਰੀ ਧਰਤੀ ਦਿੰਦਾ ਹਾਂ, ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫਰਾਤ ਤੱਕ, ਕੇਨੀਆਂ ਦੀ, ਕਨਿਜੀਆਂ ਦੀ, ਕਦਮੋਨੀਆਂ ਦੀ, ਹਿੱਤੀਆਂ ਦੀ, ਪਰਿਜੀਆਂ ਦੀ, ਰਫਾਇਮਾਂ ਦੀ, ਅਮੋਰੀਆਂ ਦੀ, ਕਨਾਨੀਆਂ ਦੀ, ਗਿਰਗਾਸੀਆਂ ਦੀ ਅਤੇ ਜਬੂਸੀਆਂ ਦੀ। ਆਮੀਨ। ਸੋ ਪ੍ਰਭੂ ਨੇ ਇਹ ਵਾਅਦਾ ਉਸ ਦੇ ਨਾਲ ਕੀਤਾ ਸੀ, ਔਰ ਇਹ ਵਾਅਦਾ ਜਿਸ ਵੇਲੇ ਪ੍ਰਭੂ ਨੇ ਉਸ ਦੇ ਨਾਲ ਕੀਤਾ ਸੀ, ਉਸ ਨੂੰ ਸਾਰੀ ਧਰਤੀ ਉਸਨੇ ਦਿਖਾਈ ਘੁਮਾ ਫਿਰਾ ਕੇ। ਅਬਰਾਮ ਦਾ ਪੈਰ ਹਰ ਹਿੱਸੇ ਦੇ ਉੱਤੇ ਪਿਆ, ਜਿੱਥੇ ਤੱਕ ਉਸ ਦੀਆਂ ਅੱਖਾਂ ਦੇਖ ਸਕਦੀਆਂ ਸੀ ਪ੍ਰਭੂ ਨੇ ਉਸ ਨੂੰ ਦਿਖਾਇਆ। ਪ੍ਰਭੂ ਨੇ ਉਸ ਨੂੰ ਮੈਡੀਟੇਰੀਅਨ ਜਿਹੜਾ ਸਮੁੰਦਰ ਆ ਉਹ ਸਾਰਾ ਇਲਾਕਾ ਉਹ ਦਿਖਾਇਆ, ਜੋ ਇਲਾਕਾ ਜਰੂਸਲਮ ਦਾ ਆ, ਜੋ ਯਹੂਦਾ ਦੇ ਹਿੱਸੇ ਆਇਆ ਉਹ ਦਿਖਾਇਆ, ਉਸਦੇ ਬੱਚਿਆਂ ਨੂੰ ਜਿਹੜਾ ਜਿਹੜਾ ਹਿੱਸਾ ਮਿਲਣਾ ਸੀ ਉਹ ਦਿਖਾਇਆ। ਪਰ ਪ੍ਰਭੂ ਨੇ ਉਸ ਨੂੰ 2.5 ਹਿੱਸੇ ਨਹੀਂ ਦਿਖਾਏ ਜੋ ਜਰਦਨ ਦੇ ਦੂਜੇ ਪਾਰ ਸੀ, ਉਹ ਪ੍ਰਭੂ ਨੇ ਬੋਨਸ ਦਿੱਤਾ। ਪ੍ਰਭੂ ਨੇ ਸਾਰੀ ਧਰਤੀ ਅਬਰਾਹਮ ਨੂੰ ਦਿਖਾਈ, ਔਰ ਸਾਰੀ ਧਰਤੀ ਦਿਖਾਉਣ ਤੋਂ ਬਾਅਦ ਪ੍ਰਭੂ ਨੇ ਕਿਹਾ ਕਿ ਮੈਂ ਕਨਾਨ ਦੀ ਸੰਤਾਨ ਜਿਨ੍ਹਾਂ ਦੇ ਵਿੱਚੋਂ ਆ ਸਾਰੇ ਪੈਦਾ ਹੋਏ ਆ, ਇਹ ਸਾਰੀ ਧਰਤੀ ਤੇਰੀ ਸੰਤਾਨ ਨੂੰ ਦਊਂਗਾ। ਪ੍ਰਭੂ ਕੀ ਕਰਦਾ ਪਿਆ ਇੱਥੇ? ਜੋ ਅਸੀਂ ਯਿਸੂ ਮਸੀਹ ਦੇ ਵਿੱਚ ਭਰੋਸਾ ਕੀਤਾ, ਉਸ ਦੀ ਇੱਕ ਐਗਜ਼ੈਕਟ
ਭਲਾ ਜੋ ਪ੍ਰਭੂ ਸੈੱਟ ਕਰਦਾ ਹੈ ਕਿ ਮੈਂ ਧਰਤੀ ਤੇ ਇਹ ਕੰਮ ਕਰ ਸਕਦਾ। ਕਦੀ ਵੀ ਅਗਰ ਤੁਹਾਡਾ ਭਰੋਸਾ ਟੁੱਟੇ ਮੇਰੇ ਉੱਤੋਂ ਕਿ ਸੱਚਮੁੱਚ ਸਵਰਗ ਹੈ ਵੀ ਕਿ ਨਹੀਂ, ਸੱਚਮੁੱਚ ਮੁਕਤੀ ਹੈ ਵੀ ਕਿ ਨਹੀਂ, ਤਾਂ ਇਸ ਚੀਜ਼ ਨੂੰ ਹਮੇਸ਼ਾ ਚੇਤੇ ਰੱਖਿਓ ਕਿ ਜਿਸਲੇ ਤੁਸੀਂ ਵਚਨ ਪੜੋਗੇ ਤਾਂ ਤੁਸੀਂ ਇਸ ਚੀਜ਼ ਨੂੰ ਦੇਖੋਗੇ ਕਿ ਮੈਂ ਧਰਤੀ ਦੇ ਉੱਤੇ ਇੱਕ ਛੋਟੀ ਜੀ ਚੀਜ਼ ਕਰਕੇ ਦਿਖਾਈ। ਉਸ ਦਾ ਇੱਕ ਬੜਾ ਨਿੱਕਾ ਜਿਹਾ ਸੂਈ ਦੇ ਨੱਕੇ ਜਿੰਨਾ ਨਿਸ਼ਾਨ ਮੈਂ ਇਸ ਧਰਤੀ ਤੇ ਕਰਕੇ ਦਿਖਾਇਆ। ਮੈਂ ਇੱਕ ਔਂਤ ਬੰਦੇ ਨੂੰ ਚੁਣਿਆ ਜਿਹਦੇ ਸੰਤਾਨ ਕਦੀ ਪੈਦਾ ਨਹੀਂ ਸੀ ਹੋਣੀ। ਮੈਂ ਉਸਨੂੰ ਸੰਤਾਨ ਦਾ ਦਾਨ ਦਿੱਤਾ ਔਰ ਉਸਦੀ ਸੰਤਾਨ ਦੀ ਜਿਹੜੀ ਪ੍ਰਕਾਸ਼ ਦੀ ਪੋਥੀ ਚੈਪਟਰ 15 ਉਹਨੂੰ ਦਿੱਤੀ, ਆਉਣ ਵਾਲੇ ਸਮੇਂ ਦੀ ਕੀ ਹੋਣਾ, ਔਰ ਉਹ ਬਿਲਕੁਲ ਉਸੇ ਤਰ੍ਹਾਂ ਵਾਪਰੇਗਾ। ਔਰ ਫਿਰ ਮੈਂ ਆਪਣੀ ਤਾਕਤ ਦੇ ਨਾਲ ਉਹਨਾਂ ਨੂੰ ਧਰਤੀ ਦਊਂਗਾ, ਉਹਨਾਂ ਨੂੰ ਧਰਤੀ ਦੇ ਉੱਤੋਂ ਸਰੀਰ ਦੀ ਗੁਲਾਮੀ ਤੋਂ ਛੁਡਾ ਕੇ ਲੈ ਕੇ ਆਉਂਗਾ। ਧਰਤੀ ਦੇ ਉੱਤੇ ਉਹਨਾਂ ਨੂੰ ਇੱਕ ਦੇਸ਼ ਦਊਂਗਾ ਜਿੱਥੇ ਉਹ ਰਹਿ ਸਕਦੇ, ਪੂਰੀ ਆਜ਼ਾਦੀ ਦੇ ਨਾਲ ਉਹ ਰਹਿ ਸਕਦੇ। ਔਰ ਇਸ ਦੇ ਨਾਲ ਧਰਤੀ ਦੇ ਉੱਤੇ ਕੀਤਾ, ਧਰਤੀ ਦੇ ਲਈ ਮੇਰਾ ਜਿਹੜਾ ਨੇਮ ਉਹ ਪੂਰਾ ਹੋਏਗਾ। ਸੋ ਤੁਸੀਂ ਉਸ ਨੇਮ ਦੇ ਉੱਤੇ ਹਮੇਸ਼ਾ ਨਜ਼ਰ ਰੱਖੇ। ਕਈ ਲੋਕ ਉਸ ਨੂੰ ਪੁਰਾਣਾ ਨਿਯਮ ਤੇ ਨਵਾਂ ਨੇਮ ਕਹਿੰਦੇ, ਕਈ ਲੋਕ ਉਸ ਨੂੰ ਇਹ ਕਹਿੰਦੇ ਕਿ ਧਰਤੀ ਤੇ ਉਹ ਪਹਿਲਾ ਨੇਮ ਸੀਗਾ ਤੇ ਦੂਜਾ ਸਾਡੇ ਨਾਲ ਬੰਨਿਆ ਗਿਆ। ਲੇਕਿਨ ਮੈਂ ਇਸ ਤਰ੍ਹਾਂ ਨਹੀਂ ਦੇਖਦਾ। ਮੈਂ ਹਮੇਸ਼ਾ ਜਿਸਲੇ ਵਚਨ ਪੜ੍ਹਦਾ ਤੇ ਪਹਿਲਾ ਜਿਹੜਾ ਨੇਮ ਆ ਅਦਨ ਦੇ ਬਾਗ ਦੇ ਵਿੱਚ ਆਦਮ ਨੂੰ ਦਿੱਤਾ ਗਿਆ, ਸਾਰੀ ਸੰਤਾਨ ਦੇ, ਔਰ ਇਹ ਧਰਤੀ ਦੇ ਉੱਤੇ ਪ੍ਰਭੂ ਨੇ ਇਹ ਪੂਰਾ ਕਰਕੇ ਦਿਖਾਇਆ ਕਿ ਮੈਂ ਕਿਸ ਤਰ੍ਹਾਂ ਇਸ ਨੂੰ ਪੂਰਾ ਕਰ ਸਕਦਾ। ਕਿ ਉਹ ਇਨਸਾਨ ਜਿਹੜਾ ਸੰਤਾਨ ਪੈਦਾ ਕਰਨ ਦੇ ਯੋਗ ਵੀ ਨਹੀਂ ਸੀ, ਜਿਸ ਦੇ ਕਰਮ ਦੇ ਵਿੱਚ ਕੱਖ ਵੀ ਨਹੀਂ ਸੀ, ਉਸਦੇ ਕਰਮ ਦੇ ਵਿੱਚ ਮੈਂ ਸੰਤਾਨ ਪਾਈ। ਮੇਰੇ ਕਰਮ ਦੇ ਕਰਕੇ ਉਹਦੀ ਸੰਤਾਨ ਪੈਦਾ ਹੋਈ। ਔਰ ਜਦ ਉਸ ਧਰਤੀ ਨੂੰ ਜਿੱਤਣ ਦੀ ਵਾਰੀ ਆਈ ਤੇ ਮੈਂ ਆਪਣੇ ਪੁੱਤਰ ਦਾ ਨਾਮ ਦਿੱਤਾ ਉਹਨਾਂ ਨੂੰ। ਮੈਂ ਆਪਣੇ ਪੁੱਤਰ ਯਹੋਸ਼ੂਆ ਦਾ ਨਾਮ ਦਿੱਤਾ। ਇਹ ਨਾਮ ਜਿਹੜਾ ਅਬਰਾਹਮ ਦੇ ਨਾਲ ਬੰਨਿਆ ਸੀ ਉਹ ਵੀ ਯਹੋਸ਼ੂਆ ਦੇ ਨਾਮ ਦੇ ਥੱਲੇ ਹੀ ਜਿੱਤਿਆ ਗਿਆ। ਅਸੀਂ ਕੱਲ ਦੇਖਿਆ ਸੀ ਕਿ ਯਹੋਸ਼ੂਆ ਦਾ ਪਹਿਲਾ ਜਿਹੜਾ ਨਾਮ ਸੀ ਉਹ ਯਹੋਸ਼ੂਆ ਨਹੀਂ ਸੀ। ਔਰ ਜਿਸ ਲਈ ਅਸੀਂ ਯਹੋਸ਼ੂਆ ਦੀ ਪੋਥੀ ਦੇ ਵਿੱਚ ਹੁਣ ਜਾਂਦੇ ਹਾਂ ਤੇ ਅਸੀਂ ਇਹ ਦੇਖਦੇ ਕਿ ਉਸ ਦਾ ਪਹਿਲਾ ਨਾਮ ਹੋਸ਼ਿਆ ਸੀ। ਉਸ ਦਾ ਪਹਿਲਾ ਨਾਮ ਹੋਸ਼ਿਆ ਸੀ, ਉਸ ਦਾ ਨਾਮ ਬਦਲ ਕੇ ਯਹੋਸ਼ੂਆ ਰੱਖਿਆ ਗਿਆ। ਸੋ ਹੁਣ ਆਪਾਂ ਜਿੱਥੇ ਪੜ੍ਹਦੇ ਪਏ ਹਾਂ, ਆਓ ਹੁਣ ਅਸੀਂ ਉਸ ਹਿੱਸੇ ਤੇ ਪਹੁੰਚੀਏ ਕਿ ਪ੍ਰਭੂ ਨੇ ਅਬਰਾਹਮ ਦੇ ਨਾਲ ਵਾਅਦਾ ਕੀਤਾ ਔਰ ਪ੍ਰਭੂ ਦੇ ਵਚਨ 'ਚ ਦੇਖਾਂਗੇ ਕਿ ਅਬਰਾਹਮ ਦੇ ਨਾਲ ਕੀਤਾ ਗਿਆ ਵਾਅਦਾ ਹੁਣ ਪੂਰਾ ਹੋ ਰਿਹਾ। ਸੋ ਮੇਰੇ ਨਾਲ 22ਵੇਂ ਭਾਵ ਦਾ 21ਵੇਂ ਭਾਵ ਦੀ 43 ਆਇਤ ਤੋਂ ਲੈ ਕੇ ਇਸ ਚੈਪਟਰ ਦੇ ਐਂਡ ਤੱਕ ਦੇਖਾਂਗੇ। 43-44 ਆਇਤ ਜਿਸ ਨੂੰ ਮਿਲ ਜਾਓ ਪੜ੍ਹਦੇ, 43 ਤੋਂ 45 ਤੱਕ ਜਿਸ ਨੂੰ ਮਿਲ। ਮੈਂ ਪੜ੍ਹਦੀ ਨਹੀਂ ਬਸ। ਇਜ਼ਰਾਈਲ ਦਾ ਸਭ ਧਰਤੀ ਉੱਤੇ ਕਬਜ਼ਾ ਕਰਨਾ। ਸੋ ਪ੍ਰਭੂ ਨੇ ਇਜ਼ਰਾਈਲੀ ਲੋਕਾਂ ਨੂੰ ਉਹ ਸਭ ਧਰਤੀ ਦਿੱਤੀ ਜਿਸ ਦੇ ਦੇਣ ਦੀ ਪ੍ਰਤਿਗਿਆ ਉਸਨੇ ਉਹਨਾਂ ਦੇ ਪੁਰਖਿਆਂ ਨਾਲ ਕੀਤੀ ਸੀ। ਇਜ਼ਰਾਈਲੀ ਲੋਕ ਆਪਣੇ ਅਧਿਕਾਰ ਵਿੱਚ ਕਰਕੇ ਉਸ ਉੱਤੇ ਬਸ ਗਏ। ਪ੍ਰਭੂ ਨੇ ਆਪਣੀ ਪ੍ਰਤਿਗਿਆ ਅਨੁਸਾਰ ਉਹਨਾਂ ਨੂੰ ਸ਼ਾਂਤੀ ਦਿੱਤੀ ਸੀ। ਉਹਨਾਂ ਦੇ ਸਾਹਮਣੇ ਉਹਨਾਂ ਦਾ ਕੋਈ ਵੈਰੀ ਵੀ ਠਹਿਰ ਨਹੀਂ ਸਕਿਆ ਸੀ, ਸਗੋਂ ਪ੍ਰਭੂ ਨੇ ਉਹਨਾਂ ਦੇ ਸਭ ਵੈਰੀਆਂ ਨੂੰ ਉਹਨਾਂ ਦੇ ਹੱਥੀਂ ਸੌਂਪ ਦਿੱਤਾ ਸੀ। ਇਸ ਤਰ੍ਹਾਂ ਪ੍ਰਭੂ ਨੇ ਉਹਨਾਂ ਨਾਲ ਕੀਤੀ ਆਪਣੀ ਹਰ ਪ੍ਰਤਿਗਿਆ ਦੀ ਹਰ ਗੱਲ ਨੂੰ ਪੂਰਾ ਕੀਤਾ ਸੀ। ਸੋ ਹੁਣ ਇਹ ਜਿਹੜਾ ਪਹਿਲਾ ਵਾਅਦਾ ਸੀ ਉਹ ਪੂਰਾ ਹੋ ਚੁੱਕਾ। ਕੋਈ ਉਸ ਨੂੰ ਪਹਿਲਾ ਕਹਿੰਦਾ, ਕੋਈ ਦੂਜਾ ਕਹਿੰਦਾ, ਕੋਈ ਪੁਰਾਣਾ ਕਹਿੰਦਾ, ਕੋਈ ਨਵਾਂ ਕਹਿੰਦਾ। ਪਰ ਮੈਂ ਇਹ ਕਹਿੰਦਾ ਕਿ ਜੋ ਅਬਰਾਹਮ ਦੇ ਰਾਹੀਂ ਧਰਤੀ ਤੇ ਜਿਹੜੀ ਉਦਾਹਰਨ ਸੀ ਕਿ ਸਰੀਰਕ ਗੁਲਾਮੀ ਤੋਂ ਛੁਡਾ ਕੇ ਉਹਨਾਂ ਨੂੰ ਆਪਣੀ ਧਰਤੀ ਦੇਣੀ, ਸਾਡੇ ਲਈ ਪ੍ਰਭੂ ਨੇ ਕੀ ਕੀਤਾ?
ਸਾਡੇ ਲਈ ਪ੍ਰਭੂ ਨੇ ਇਹ ਕੀਤਾ ਕਿ ਉਸਨੇ ਜਿਹੜਾ ਸਾਨੂੰ ਵਾਅਦਾ ਦਿੱਤਾ ਉਹ ਹੈ ਆਤਮਕ ਗੁਲਾਮੀ। ਔਰ ਉਹ ਗੁਲਾਮੀ ਕਿੱਥੇ ਆਈ ਸੀ? ਅਦਨ ਦੇ ਬਾਗ ਦੇ ਵਿੱਚ। ਸੋ ਪ੍ਰਭੂ ਨੇ ਕਿਹਾ, ਇਹ ਦੱਸਿਆ ਕਿ ਜਿਸ ਤਰ੍ਹਾਂ ਮੈਂ ਇਹਨਾਂ ਨੂੰ ਸਰੀਰਕ ਗੁਲਾਮੀ ਤੋਂ ਛੁਟਕਾਰਾ ਦੇ ਕੇ ਇਹਨਾਂ ਨੂੰ ਆਪਣਾ ਦੇਸ਼ ਦਿੱਤਾ, ਇਸੇ ਤਰ੍ਹਾਂ ਇਹ ਧਰਤੀ ਪਾਪ ਦੇ ਨਾਲ ਭਰ ਚੁੱਕੀ ਹੈ। ਜਿੱਦਾਂ ਉੱਥੇ ਪਿੱਛੇ ਇਹਨਾਂ ਲੋਕਾਂ ਦੇ ਲਈ ਮਿਸਰ ਨੂੰ ਉਜਾੜਿਆ ਗਿਆ ਸੀ, ਉਸੇ ਤਰ੍ਹਾਂ ਇਹ ਧਰਤੀ, ਇਹ ਸਾਰੀ ਧਰਤੀ ਉਜਾੜ ਦਿੱਤੀ ਜਾਏਗੀ। ਔਰ ਮੈਂ ਆਪਣੇ ਬੱਚਿਆਂ ਦੇ ਲਈ ਜਿਹੜੀ ਜਗ੍ਹਾ ਬਣਾਈ ਆ, ਉਹ ਮੇਰਾ ਘਰ ਆ, ਉਹ ਮੇਰਾ ਦੇਸ਼ ਆ, ਜਿੱਥੇ ਉਹ ਮੇਰੇ ਬੱਚੇ ਆ ਕੇ ਬਸਣਗੇ। ਇੱਥੋਂ ਸਾਨੂੰ ਪਤਾ ਲੱਗਦਾ ਕਿ ਜਿਹੜਾ ਸਾਡੇ ਨਾਲ ਪ੍ਰਭੂ ਨੇ ਕਾਲ ਕੀਤਾ, ਜਿਹੜਾ ਸਾਡੇ ਨਾਲ ਪ੍ਰਭੂ ਨੇ ਵਾਅਦਾ ਦਿੱਤਾ, ਉਹ ਕਿਸ ਤਰ੍ਹਾਂ ਪੂਰਾ ਹੋਏਗਾ। ਔਰ ਇਸੇ ਕਰਕੇ ਅਸੀਂ, ਜਿੱਦਾਂ ਇੱਥੇ ਅਸੀਂ ਸਵਾਏ ਯਹੋਸ਼ੂਆ ਦੀ ਪੁਸਤਕ 'ਚ ਸਵਾਏ ਜੰਗਾਂ ਤੋਂ ਇਲਾਵਾ ਹੋਰ ਕੱਖ ਨਹੀਂ ਦੇਖਦੇ ਪਏ, ਇਸੇ ਤਰ੍ਹਾਂ ਅਸੀਂ ਪ੍ਰਕਾਸ਼ ਦੀ ਪੋਥੀ ਤੋਂ ਸਵਾਏ ਜੰਗਾਂ ਤੋਂ ਹੋਰ ਕੱਖ ਨਹੀਂ ਦੇਖਦੇ ਪਏ। ਔਰ ਉਹ ਵਾਅਦਾ ਉਸੇ ਤਰ੍ਹਾਂ ਪੂਰਾ ਹੋਏਗਾ। ਸੋ ਹੁਣ ਇਹ ਸਾਰੀਆਂ ਚੀਜ਼ਾਂ ਹੋ ਚੁੱਕੀਆਂ। ਹਾਲੇ ਤੱਕ ਅਸੀਂ ਉਸੇ ਸਮੇਂ ਦੇ ਵਿੱਚ ਜਾਣੇ ਪਏ ਹਾਂ ਜਿੱਥੇ ਬੇਸਿਕਲੀ ਇਹ ਸਾਰੇ ਵਾਅਦੇ ਉਸਨੂੰ ਦਿੱਤੇ ਗਏ ਔਰ ਇਹਨਾਂ ਸਾਰਿਆਂ ਵਾਅਦਿਆਂ ਦੇ ਵਿੱਚ ਧਰਤੀ ਵੰਡੀ ਗਈ। ਔਰ ਅਸੀਂ ਇਹ ਦੇਖਦੇ ਪਏ ਹਾਂ ਕਿ ਹੁਣ ਯਹੋਸ਼ੂਆ ਨੇ ਜਿੱਦਾਂ ਵਾਅਦਾ ਕੀਤਾ ਸੀ ਕਿ 2.5 ਕਬੀਲਿਆਂ ਨੂੰ ਆਉਣਾ ਪੈਣਾ, ਇਹਨਾਂ ਦੀ ਧਰਤੀ ਦੇ ਉੱਤੇ ਸਾਰਾ ਇਹਨਾਂ ਦੀ ਮਦਦ ਕਰਨੀ ਪੈਣੀ ਆ। ਉਸ ਤੋਂ ਬਾਅਦ ਹੁਣ ਉਹ 2.5 ਕਬੀਲਿਆਂ ਨੂੰ ਵਾਪਸ ਉਹਨਾਂ ਦੇ ਜਰਦਨ ਦਰਿਆ ਦੇ ਦੂਜੇ ਪਾਰ ਘੱਲਦਾ ਪਿਆ। ਸੋ ਆਓ ਅਸੀਂ ਪਹਿਲੀਆਂ 9 ਆਇਤਾਂ ਔਰ ਫਿਰ ਅਸੀਂ ਇਸ ਨੂੰ ਅੱਗੇ ਦੇਖਦੇ। ਯਹੋਸ਼ੂਆ ਪੂਰਬੀ ਪਾਸੇ ਦੇ ਕਬੀਲਿਆਂ ਨੂੰ ਘੱਲਦਾ ਹੈ। ਤਦ ਯਹੋਸ਼ੂਆ ਨੇ ਰੂਬੇਨ, ਗਾਦ ਅਤੇ ਮਨੱਸ਼ੇ ਦੇ ਅੱਧੇ ਕਬੀਲੇ ਨੂੰ ਸੱਦਿਆ ਅਤੇ ਕਿਹਾ, ਤੁਸੀਂ ਪ੍ਰਭੂ ਦੇ ਦਾਸ ਮੂਸਾ ਦੇ ਕਹੇ ਅਨੁਸਾਰ ਸਭ ਕੁਝ ਕੀਤਾ ਹੈ ਤੇ ਮੇਰੀ ਆਗਿਆ ਹਰ ਸਮੇਂ ਮੰਨੀ ਹੈ। ਤੁਸੀਂ ਆਪਣੇ ਭਰਾਵਾਂ ਨੂੰ ਅੱਜ ਤੱਕ ਇੱਕ ਘੜੀ ਦੇ ਲਈ ਵੀ ਨਹੀਂ ਛੱਡਿਆ ਹੈ, ਸਗੋਂ ਤੁਸੀਂ ਆਪਣੇ ਪ੍ਰਭੂ, ਇਹੀ ਹੈ ਬਸ। ਤੁਸੀਂ ਆਪਣੇ ਭਰਾਵਾਂ ਨੂੰ ਅੱਜ ਤੱਕ ਇੱਕ ਘੜੀ ਦੇ ਲਈ ਵੀ ਨਹੀਂ ਛੱਡਿਆ ਹੈ, ਸਗੋਂ ਤੁਸੀਂ ਆਪਣੇ ਪ੍ਰਭੂ ਪਰਮੇਸ਼ਰ ਦੇ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਹੁਣ ਪ੍ਰਭੂ ਤੁਹਾਡੇ ਪਰਮੇਸ਼ਰ ਨੂੰ ਆਪਣੀ ਪ੍ਰਤਿਗਿਆ ਅਨੁਸਾਰ ਤੁਹਾਡੇ ਭਰਾਵਾਂ ਨੂੰ ਚੈਨ ਦਿੱਤਾ ਹੈ। ਇਸ ਲਈ ਤੁਸੀਂ ਯਰਦਨੋਂ ਪਾਰ ਆਪਣੀ ਉਸ ਧਰਤੀ ਤੇ ਵਾਪਸ ਜਾ ਸਕਦੇ ਹੋ ਜੋ ਪ੍ਰਭੂ ਦੇ ਦਾਸ ਮੂਸਾ ਨੇ ਤੁਹਾਨੂੰ ਦਿੱਤੀ ਸੀ। ਤੁਸੀਂ ਮੂਸਾ ਦੁਆਰਾ ਪ੍ਰਭੂ ਆਪਣੇ ਪਰਮੇਸ਼ਰ ਦੇ ਸਭ ਹੁਕਮਾਂ ਤੇ ਨਿਯਮਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨਾ। ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਨੂੰ ਪੂਰੀ ਤਰ੍ਹਾਂ ਨਾਲ ਪਿਆਰ ਕਰਨਾ ਅਤੇ ਉਸ ਦੇ ਨੇੜੇ ਰਹਿੰਦੇ ਹੋਏ ਉਸ ਦੀ ਸੇਵਾ ਪੂਰੇ ਤਨ ਮਨ ਨਾਲ ਕਰਨਾ। ਮਨੱਸ਼ੇ ਦੇ ਅੱਧੇ ਕਬੀਲੇ ਨੂੰ ਮੂਸਾ ਨੇ ਯਰਦਨ ਦਰਿਆ ਦੇ ਪੂਰਬੀ ਪਾਸੇ ਤੇ ਬਸ਼ਾਨ ਵਿੱਚ ਵਿਰਸਾ ਦਿੱਤਾ ਸੀ, ਪਰ ਬਾਕੀ ਦੇ ਦੂਜੇ ਅੱਧੇ ਕਬੀਲੇ ਨੂੰ ਯਹੋਸ਼ੂਆ ਨੇ ਦਰਿਆ ਦੇ ਪੱਛਮੀ ਪਾਸੇ ਤੇ ਬਾਕੀ ਦੇ ਕਬੀਲਿਆਂ ਨਾਲ ਵਿਰਸਾ ਦਿੱਤਾ ਸੀ। ਤਦ ਯਹੋਸ਼ੂਆ ਨੇ ਉਹਨਾਂ ਨੂੰ ਇਹ ਅਸੀਸ ਦਿੱਤੀ ਅਤੇ ਇਹਨਾਂ ਸ਼ਬਦਾਂ ਵਿੱਚ ਵਿਦਾ ਕੀਤਾ, ਤੁਸੀਂ ਆਪਣੀ ਧਰਤੀ ਤੇ ਵੱਡੀ ਜਾਇਦਾਦ, ਬਹੁਤ ਸਾਰੇ ਪਸ਼ੂਆਂ, ਸੋਨੇ, ਚਾਂਦੀ, ਕਹੇ ਅਤੇ ਲੋਹੇ ਸਮੇਤ ਵਾਪਸ ਜਾਵੋਗੇ। ਤੁਸੀਂ ਆਪਣੀ ਲੁੱਟ ਵਿੱਚੋਂ ਆਪਣੇ ਸਾਥੀ ਇਜ਼ਰਾਈਲਾਂ ਨੂੰ ਦੇਣਾ। ਸੋ 2.5 ਕਬੀਲਿਆਂ ਦੇ ਲੋਕ ਅਰਥਾਤ ਰੂਬੇਨ, ਗਾਦ, ਮਨੱਸ਼ੇ ਦਾ ਅੱਧਾ ਕਬੀਲਾ ਸ਼ਿਲੋ ਦੀ ਥਾਂ ਤੋਂ ਜੋ ਕਨਾਨ ਦੇਸ਼ ਵਿੱਚ ਹੈ ਵਾਪਸ ਆਪਣੀ ਗਲਿਆਦ ਦੀ ਧਰਤੀ ਤੇ ਚਲੇ ਗਏ ਜੋ ਉਹਨਾਂ ਨੂੰ ਮੂਸਾ ਨੇ ਪ੍ਰਭੂ ਦੀ ਆਗਿਆ ਅਨੁਸਾਰ ਦਿੱਤੀ ਸੀ। ਸੋ ਹੁਣ ਅਸੀਂ ਪ੍ਰਭੂ ਦੇ ਵਚਨ 'ਚ ਕੀ ਦੇਖਦੇ ਪਏ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਬਾਕੀ ਦੇ ਇਜ਼ਰਾਈਲੀਆਂ ਨੇ ਕਿਹਾ ਕਿ ਇਹਨਾਂ 2.5 ਕਬੀਲਿਆਂ ਨੂੰ ਤੁਸੀਂ ਧਰਤੀ ਦੇ ਦਿੱਤੀ, ਇਹ ਤਾਂ ਆਪਣੇ ਪੱਕੇ ਘਰਾਂ 'ਚ ਰਹਿੰਦੇ ਪਏ ਆ, ਅਸੀਂ ਤੰਬੂਆਂ 'ਚ ਰਹਿੰਦੇ ਪਏ ਆ। ਜੇ ਇਹਨਾਂ ਨੇ ਕੱਲ ਨੂੰ ਸਾਡੀ ਮਦਦ ਕਰਨ ਤੋਂ ਨਾ ਕਰ ਦਿੱਤੀ ਤਾਂ ਉਹਨਾਂ ਨੇ ਮੂਸਾ ਦੇ ਨਾਲ ਇਹ ਸਹੁੰ ਚੁੱਕੀ ਸੀ ਕਿ ਅਸੀਂ ਆਪਣੇ ਭਰਾਵਾਂ ਦੀ ਮਦਦ ਕਰਾਂਗੇ ਔਰ ਜਦ ਸਾਡੇ ਭਰਾ ਜਰਦਨ ਦੇ ਦੂਜੇ ਪਾਸੇ ਜਾਣਗੇ ਅਸੀਂ ਉਦੋਂ ਤੱਕ ਵਾਪਸ ਨਹੀਂ ਆਵਾਂਗੇ ਜਦੋਂ ਤੱਕ ਇਹਨਾਂ ਦੇ ਹਿੱਸੇ ਦੀ ਧਰਤੀ ਇਹਨਾਂ ਨੂੰ ਮਿਲ ਨਾ ਜਾਏ। ਸੋ ਉਹਨਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ। ਹੁਣ ਮੂਸਾ ਨੇ, ਹੁਣ ਇਸ ਵੇਲੇ ਯਹੋਸ਼ੂਆ ਨੇ ਦੇਖ ਲਿਆ ਕਿ ਇਹ ਤੋਂ ਅੱਗੇ ਅਸੀਂ ਵੱਧ ਨਹੀਂ ਸਕਦੇ, ਧਰਤੀ ਹਾਲੇ ਹੈਗੀ ਆ ਜਿਹੜੀ ਉਹਨਾਂ ਨੂੰ ਮਿਲਣੀ ਆ, ਕਿਉਂਕਿ 2.5 ਕਬੀਲੇ ਦੂਜੇ ਪਾਸੇ ਵਸ ਗਏ ਆ। ਸੋ ਉਹਦੇ ਨਾਲ ਬੰਦੇ ਵੀ ਘਟ ਗਏ, ਉਹਨਾਂ ਨਾਲ ਘਰਾਣੇ ਵੀ ਘਟ ਗਏ, ਕੁੱਲ ਵੀ ਘਟ ਗਏ।
ਸੋ ਇਸ ਕਰਕੇ ਪ੍ਰਭੂ ਨੇ ਉਹਨਾਂ ਨੂੰ ਜਿਹੜੀ ਅੱਗੇ ਜਿਹੜੀ ਧਰਤੀ ਮਿਲਣੀ ਸੀ, ਪਰ ਉਹ ਦੂਸਰੇ ਪਾਸੇ 9.5 ਕਬੀਲੇ ਵਸ ਚੁੱਕੇ ਆ, ਔਰ ਉਹਨਾਂ ਦੇ ਵਿੱਚ ਇੰਨੀ ਤਾਕਤ ਹੈਗੀ ਆ ਹਾਲੇ ਕਿ ਉਹ ਅੱਗੇ ਪ੍ਰਾਪਤ ਕਰ ਸਕਣ, ਪਰ ਉਹਨਾਂ ਦੇ ਨੰਬਰ ਇੰਨੇ ਨਹੀਂ ਹੈਗੇ ਕਿ ਉਹ ਅੱਗੇ ਵਧ ਸਕਣ, ਕਿਉਂਕਿ ਜੇ ਉਹ ਅੱਗੇ ਵਧਣਗੇ ਤਾਂ ਉਹ ਜਿਹੜੇ ਜਿਸ ਤਰ੍ਹਾਂ ਕਿ ਆਬਾਦੀ ਘਟੇਗੀ ਔਰ ਦੁਸ਼ਮਣ ਨੂੰ ਮੌਕਾ ਮਿਲੇਗਾ ਕਿ ਉਹਨਾਂ ਤੇ ਹਮਲਾ ਕਰਨ। ਸੋ ਯਹੋਸ਼ੂਆ ਨੇ ਦੇਖ ਲਿਆ ਕਿ ਹੁਣ ਇਸ ਤੋਂ ਅੱਗੇ ਅਸੀਂ ਵੱਧ ਨਹੀਂ ਸਕਦੇ, ਔਰ ਪ੍ਰਭੂ ਨੇ ਵੀ ਕਿਹਾ ਸੀ ਕਿ ਤੁਹਾਨੂੰ ਮੈਂ ਹੌਲੀ ਹੌਲੀ ਸਾਰੀ ਧਰਤੀ ਦਊਂਗਾ, ਇੱਕਦਮ ਨਹੀਂ ਦਊਂਗਾ। ਸੋ ਅਸੀਂ ਪ੍ਰਭੂ ਦੇ ਵਚਨ 'ਚ ਇਹ ਦੇਖਦੇ ਪਏ ਹਾਂ ਕਿ ਹੁਣ ਯਹੋਸ਼ੂਆ ਨੇ ਉਹਨਾਂ ਨੂੰ ਬਰਕਤ ਦਿੱਤੀ, ਉਹਨਾਂ ਦੇ ਕੀਤੇ ਤੇ ਉਹਨਾਂ ਨੂੰ ਬਰਕਤ ਦਿੱਤੀ, ਔਰ ਉਹਨਾਂ ਨੂੰ ਵਾਪਸ ਜੋ ਉਹਨਾਂ ਦੀ ਲੁੱਟ ਦਾ ਹਿੱਸਾ ਸੀ ਉਹਨਾਂ ਉਸ ਹਿੱਸੇ ਦੇ ਵਿੱਚੋਂ ਸੀ ਉਹ ਦਿੱਤਾ, ਔਰ ਉਹਨਾਂ ਨੂੰ ਕਿਹਾ ਕਿ ਜਾਓ ਵਸੋ ਵਧੋ ਔਰ ਫੁੱਲੋ, ਔਰ ਉਹਨਾਂ ਨੂੰ ਵਾਪਸ ਕਾਲ ਦਿੱਤਾ। ਲੇਕਿਨ ਇੱਥੇ ਇੱਕ ਮੁਸੀਬਤ ਖੜੀ ਹੋ ਜਾਣੀ ਹੈ। ਹੁਣ ਆਓ ਅਸੀਂ ਉਸ ਨੂੰ ਦੇਖੀਏ। ਅਸੀਂ ਬੇਸਿਕਲੀ ਹੁਣ 10 ਆਇਤ ਤੋਂ ਲੈ ਕੇ ਅਸੀਂ 34 ਆਇਤ ਤੱਕ ਇਸ ਨੂੰ ਚੈਪਟਰ ਨੂੰ ਖਤਮ ਕਰਾਂਗੇ। ਇਸ ਜਸਟ ਇੱਕ ਛੋਟਾ ਜਿਹਾ ਹਿੱਸਾ ਹੈ ਜਿਹੜਾ ਵਿੱਚ ਆਉਂਦਾ ਪਿਆ, ਔਰ ਉਹ ਉਸ ਨੂੰ ਦੇਖਾਂਗੇ, ਲੇਕਿਨ ਜਿਹੜਾ ਵੱਡਾ ਹਿੱਸਾ ਉਹ ਹੁਣ ਅੱਗੇ ਆ ਰਿਹਾ। ਚਲੋ ਦੇਖ ਆਓ ਇਸ ਨੂੰ। ਜਰਦਨ ਦਰਿਆ ਦੇ ਕੰਢੇ ਤੇ ਵੇਦੀ, ਜਦੋਂ 2.5 ਕਬੀਲਿਆਂ ਅਰਥਾਤ ਰੂਬੇਨ, ਗਾਦ, ਨਸ਼ਰ ਦਾ ਅੱਧਾ ਕਬੀਲਾ ਜਰਦਨ ਦਰਿਆ ਦੇ ਕੰਢੇ ਤੇ ਪਹੁੰਚੇ ਤਾਂ ਉਹਨਾਂ ਉੱਥੇ ਇੱਕ ਵੱਡੀ ਸਾਰੀ ਵੇਦੀ ਬਣਾਈ। ਉਹ ਅਜੇ ਜਰਦਨ ਦਰਿਆ ਦੇ ਪੂਰਬੀ ਪਾਸੇ ਅਰਥਾਤ ਕਨਾਨ ਦੇਸ਼ ਵਿੱਚ ਹੀ ਸਨ। ਇਸ ਤੇ ਬਾਕੀ ਦੇ ਇਜ਼ਰਾਈਲੀਆਂ ਨੇ ਆਪੋ ਵਿੱਚ ਕਿਹਾ, ਇਹਨਾਂ 2.5 ਕਬੀਲਿਆਂ ਦੇ ਲੋਕਾਂ ਨੇ ਜਰਦਨ ਦੇ ਇਸ ਪਾਰ ਸਾਡੀ ਧਰਤੀ ਉੱਤੇ ਵੇਦੀ ਬਣਾਈ ਹੈ। ਇਸ ਤੇ ਸਭ ਇਜ਼ਰਾਈਲੀ ਲੋਕ 2.5 ਕਬੀਲਿਆਂ ਦੇ ਵਿਰੁੱਧ ਸ਼ਿਲੋਹ ਦੀ ਥਾਂ ਉੱਤੇ ਲੜਨ ਲਈ ਇਕੱਠੇ ਹੋਏ। ਤਦ ਇਜ਼ਰਾਈਲੀ ਲੋਕਾਂ ਨੇ ਪੁਰੋਹਿਤ ਅਲਆਜ਼ਾਰ ਦੇ ਪੁੱਤਰ ਫਿਨਹਾਸ ਨੂੰ ਉਹਨਾਂ 2.5 ਕਬੀਲਿਆਂ ਕੋਲ ਗਲਿਆਦ ਦੇ ਇਲਾਕੇ ਵਿੱਚ ਘੱਲਿਆ। ਫਿਨਹਾਸ ਦੇ ਨਾਲ 10 ਕਬੀਲਿਆਂ ਦੇ 10 ਆਗੂ ਅਤੇ ਹਰ ਕੁਲ ਦੇ ਆਗੂ ਵੀ ਗਏ। ਉਹ ਸਭ ਗਲਿਆਦ ਦੀ ਥਾਂ ਤੇ ਉਹਨਾਂ 2.5 ਕਬੀਲਿਆਂ ਕੋਲ ਆਏ ਅਤੇ ਬੋਲੇ, ਤੁਸੀਂ ਇਹ ਵੇਦੀ ਬਣਾ ਕੇ ਪ੍ਰਭੂ ਨਾਲ ਵਿਦਰੋਹ ਕਰ ਰਹੇ ਹੋ। ਤੁਸੀਂ ਹੁਣ ਉਸ ਦੇ ਪਿੱਛੇ ਨਹੀਂ ਚੱਲ ਰਹੇ ਹੋ। ਕੀ ਤੁਹਾਨੂੰ ਪਿਓਰ ਦੀ ਥਾਂ ਵਾਲਾ ਸਾਡਾ ਸਭ ਕੀਤਾ ਪਾਪ ਯਾਦ ਨਹੀਂ? ਉਸ ਕਾਰਨ ਕਿਸ ਤਰ੍ਹਾਂ ਪ੍ਰਭੂ ਨੇ ਸੰਗਤ ਵਿੱਚ ਮਹਾਮਾਰੀ ਘੱਲ ਕੇ ਸਾਨੂੰ ਸਜ਼ਾ ਦਿੱਤੀ ਸੀ, ਉਸ ਦੁੱਖ ਨੂੰ ਅਸੀਂ ਅੱਜ ਤੱਕ ਭੋਗ ਰਹੇ ਹਾਂ। ਕੀ ਤੁਸੀਂ ਹੁਣ ਫਿਰ ਪ੍ਰਭੂ ਦੇ ਵੱਲੋਂ ਆਪਣਾ ਮੂੰਹ ਮੋੜ ਰਹੇ ਹੋ? ਇਹ ਹੋਣ ਤੇ ਉਹ ਸਾਡੀ ਸਾਰੀ ਸੰਗਤ ਦੇ ਵਿਰੁੱਧ ਹੋ ਜਾਵੇਗਾ। ਜੇਕਰ ਤੁਹਾਡੀ ਆਪਣੀ ਧਰਤੀ ਪ੍ਰਭੂ ਦੀ ਉਪਾਸਨਾ ਦੇ ਯੋਗ ਨਹੀਂ ਹੈ ਤਾਂ ਤੁਸੀਂ ਸਾਡੀ ਧਰਤੀ ਉੱਤੇ ਜਿੱਥੇ ਪ੍ਰਭੂ ਦਾ ਤੰਬੂ ਹੈ ਆ ਕੇ ਉਸ ਦੀ ਉਪਾਸਨਾ ਕਰੋ। ਤੁਸੀਂ ਕੁਝ ਧਰਤੀ ਸਾਡੇ ਵਿਰਸੇ ਵਿੱਚੋਂ ਵੀ ਲੈ ਸਕਦੇ ਹੋ, ਪਰ ਕੇਵਲ ਆਪਣੇ ਲਈ ਇੱਕ ਵੱਖਰੀ ਪ੍ਰਭੂ ਦੀ ਵੇਦੀ ਬਣਾ ਕੇ ਉਸ ਦਾ ਵਿਦਰੋਹ ਨਾ ਕਰੋ। ਕੀ ਤੁਹਾਨੂੰ ਜਰਾ ਦੇ ਪੁੱਤਰ ਅਕਾਨ ਦੀ ਘਟਨਾ ਯਾਦ ਨਹੀਂ, ਜਿਸ ਨੇ ਪ੍ਰਭੂ ਦੀ ਆਗਿਆ ਮੰਨਣ ਤੋਂ ਇਨਕਾਰ ਕੀਤਾ ਸੀ ਤੇ ਇਸ ਦੇ ਉਸ ਕੱਲੇ ਨੂੰ ਸਜ਼ਾ ਨਹੀਂ ਮਿਲੀ ਸੀ, ਸਗੋਂ ਸਾਰੀ ਸੰਗਤ ਨੂੰ ਮਿਲੀ ਸੀ। ਪਰ 2.5 ਕਬੀਲਿਆਂ ਅਰਥਾਤ ਰੂਬੇਨ, ਗਾਦ, ਮਨੱਸ਼ੇ ਦੇ ਅੱਧੇ ਕਬੀਲੇ ਨੇ ਇਜ਼ਰਾਈਲ ਦੇ ਆਗੂਆਂ ਨੂੰ ਉੱਤਰ ਦਿੱਤਾ, ਕੀ ਸਾਡਾ ਪਰਮੇਸ਼ਰ ਪ੍ਰਭੂ ਸਰਵ ਸ਼ਕਤੀਮਾਨ ਨਹੀਂ ਹੈ? ਹਾਂ, ਸਾਡਾ ਪਰਮੇਸ਼ਰ ਸਰਵ ਸ਼ਕਤੀਮਾਨ ਹੈ। ਉਹ ਜਾਣਦਾ ਹੈ ਕਿ ਅਸੀਂ ਤੁਹਾਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਅਸੀਂ ਸੱਚਮੁੱਚ ਉਸ ਦਾ ਵਿਦਰੋਹ ਕੀਤਾ ਹੈ ਤਾਂ ਤੁਸੀਂ ਅੱਜ ਹੀ ਸਾਡਾ ਖਾਤਮਾ ਕਰ ਸਕਦੇ ਹੋ। ਜੇਕਰ ਸੱਚਮੁੱਚ ਅਸੀਂ ਇਹ ਵੇਦੀ ਪ੍ਰਭੂ ਦੇ ਪਿੱਛੋਂ ਹਟਣ ਕਾਰਨ ਬਣਾਈ ਹੈ ਜਾਂ ਉਸ ਉੱਤੇ ਆਪਣੀਆਂ ਹੋਮ ਬਲੀਆਂ ਤੇ ਨਾਚ ਦੀਆਂ ਭੇਟਾਂ ਚੜਾਉਣ ਲਈ ਬਣਾਈ ਹੈ ਤਾਂ ਪ੍ਰਭੂ ਆਪ ਸਾਡੇ ਤੋਂ ਇਸ ਦਾ ਬਦਲਾ ਲਵੇ। ਅਸੀਂ ਇਹ ਵੇਦੀ ਕੇਵਲ ਚਿੰਨ੍ਹ ਦੇ ਤੌਰ ਤੇ ਬਣਾਈ ਹੈ। ਹੋ ਸਕਦਾ ਹੈ ਕਿ ਇੱਕ ਦਿਨ ਉਹ ਵੀ ਆਵੇ ਜਦੋਂ ਤੁਹਾਡੀ ਸੰਤਾਨ ਸਾਡੀ ਸੰਤਾਨ ਨੂੰ ਕਹੇ, ਤੁਹਾਡਾ ਇਜ਼ਰਾਈਲ ਦੇ ਪ੍ਰਭੂ ਨਾਲ ਕੀ ਵਾਸਤਾ ਹੈ? ਪ੍ਰਭੂ ਨੇ ਤੁਹਾਡੇ ਅਤੇ ਸਾਡੇ ਵਿੱਚ ਜਰਦਨ ਦੀ ਹੱਦ ਰੱਖੀ ਹੈ, ਇਸ ਲਈ ਤੁਹਾਡਾ ਪ੍ਰਭੂ ਵਿੱਚ ਕੋਈ ਹਿੱਸਾ ਨਹੀਂ ਹੈ। ਇਸ ਤਰ੍ਹਾਂ ਤੁਹਾਡੀ ਸੰਤਾਨ ਸਾਡੀ ਸੰਤਾਨ ਨੂੰ ਪ੍ਰਭੂ ਦੀ ਉਪਾਸਨਾ ਕਰਨ ਤੋਂ ਮਨਾ ਕਰ ਸਕਦੀ ਹੈ। ਸੋ ਅਸੀਂ ਇਹ ਵੇਦੀ ਹੋਮ ਬਲੀਆਂ ਜਾਂ ਅਨਾਜ ਦੀਆਂ ਭੇਟਾਂ ਚੜਾਉਣ ਲਈ ਨਹੀਂ ਬਣਾਈ, ਸਗੋਂ ਇਹ ਕੇਵਲ ਤੁਹਾਡੇ ਲੋਕਾਂ ਤੇ ਸਾਡੇ ਲੋਕਾਂ ਲਈ, ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਵੀ ਇੱਕ ਚਿੰਨ੍ਹ ਹੈ ਕਿ ਅਸੀਂ ਪ੍ਰਭੂ ਦੀ ਹੀ ਉਪਾਸਨਾ ਕਰਦੇ ਹਾਂ ਅਤੇ ਕੇਵਲ ਉਸ ਦੇ ਤੰਬੂ ਵਿੱਚ ਆਪਣੀਆਂ ਹੋਮ ਬਲੀਆਂ ਤੇ ਅਨਾਜ ਦੀਆਂ ਬਲੀਆਂ ਚੜਾਉਂਦੇ ਹਾਂ। ਇਸ ਤਰ੍ਹਾਂ ਤੁਹਾਡੀ ਸੰਤਾਨ ਪਿੱਛੋਂ ਸਾਡੀ ਸੰਤਾਨ ਨੂੰ ਇਹ ਨਹੀਂ ਕਹਿ ਸਕੇਗੀ ਕਿ ਤੁਹਾਡਾ ਪ੍ਰਭੂ ਦੇ ਵਿੱਚ ਕੋਈ ਹਿੱਸਾ ਨਹੀਂ ਹੈ। ਸੋ ਸਾਡਾ ਇਸ ਵੇਦੀ ਦੇ ਬਣਾਉਣ ਪਿੱਛੇ ਇਹ ਵਿਚਾਰ ਸੀ ਕਿ ਇਹੋ ਜਿਹਾ ਸਮਾਂ ਆਉਣ ਤੇ ਸਾਡੀ ਸੰਤਾਨ ਤੁਹਾਡੀ ਸੰਤਾਨ ਨੂੰ ਇਹ ਕਹਿ ਸਕਦੀ ਹੈ, ਦੇਖੋ ਸਾਡੇ ਪੁਰਖਿਆਂ ਨੇ ਇਹ ਵੇਦੀ ਪ੍ਰਭੂ ਦੀ ਵੇਦੀ ਵਰਗੀ ਬਣਾਈ ਜੋ ਤੁਹਾਡੇ ਅਤੇ ਸਾਡੇ ਲਈ ਗਵਾਹੀ ਹੈ। ਉਹਨਾਂ ਇਹ ਹੋਮ ਬਲੀਆਂ ਅਤੇ ਨਾਚ ਦੀਆਂ ਭੇਟਾਂ ਚੜਾਉਣ ਲਈ ਨਹੀਂ ਬਣਾਈ ਸੀ। ਇਸ ਲਈ ਕਿਰਪਾ ਕਰਕੇ ਇਸ ਤਰ੍ਹਾਂ ਨਾ ਸੋਚੋ ਕਿ ਅਸੀਂ ਇਹ ਵੇਦੀ ਪ੍ਰਭੂ ਦੀ ਵੇਦੀ ਦੀ ਥਾਂ ਤੇ ਬਣਾ ਕੇ ਉਸ ਦੇ ਵਿਰੁੱਧ ਪਾਪ ਕੀਤਾ ਹੈ। ਪ੍ਰਭੂ ਸਾਨੂੰ ਇਹੋ ਜਿਹੇ ਪਾਪ ਤੋਂ ਦੂਰ ਹੀ ਰੱਖੇ।
ਅਸੀਂ ਕੇਵਲ ਉਸਦੇ ਤੰਬੂ ਵਿੱਚ ਉਸਦੀ ਵੇਦੀ ਉੱਤੇ ਆਪਣੀਆਂ ਹੋਮ ਬਲੀਆਂ, ਅਨਾਜ ਦੀਆਂ ਭੇਟਾਂ ਤੇ ਬਾਕੀ ਦੀਆਂ ਬਲੀਆਂ ਚੜਾਵਾਂਗੇ। ਸੋ ਪੁਰੋਹਿਤ ਅਲਆਜ਼ਾਰ ਦਾ ਪੁੱਤਰ ਫਿਨਹਾਸ ਸੰਗਤ ਦੇ 10 ਆਗੂ ਅਤੇ ਕੁੱਲਾਂ ਦੇ ਆਗੂ 2.5 ਕਬੀਲਿਆਂ ਦੀਆਂ ਇਹ ਗੱਲਾਂ ਸੁਣ ਕੇ ਖੁਸ਼ ਹੋਏ। ਪੁਰੋਹਿਤ ਫਿਨਹਾਸ ਨੇ ਉਹਨਾਂ 2.5 ਕਬੀਲਿਆਂ ਨੂੰ ਕਿਹਾ, ਅੱਜ ਅਸੀਂ ਜਾਣ ਗਏ ਹਾਂ ਕਿ ਪ੍ਰਭੂ ਸਾਡੇ ਵਿਚਕਾਰ ਹੈ, ਕਿਉਂਕਿ ਤੁਸੀਂ ਉਸ ਦਾ ਵਿਸ਼ਵਾਸਘਾਤ ਨਹੀਂ ਕੀਤਾ ਤੇ ਇਹ ਕਰਨ ਦੁਆਰਾ ਤੁਸੀਂ ਸਾਰੀ ਇਜ਼ਰਾਈਲ ਕੌਮ ਨੂੰ ਉਸ ਦੇ ਕ੍ਰੋਧ ਤੋਂ ਬਚਾ ਲਿਆ ਹੈ। ਤਦ ਪੁਰੋਹਿਤ ਫਿਨਹਾਸ ਇਜ਼ਰਾਈਲ ਦੇ ਬਾਕੀ ਦੇ ਆਗੂਆਂ ਨਾਲ ਗਲਿਆਦ ਤੋਂ ਅਰਥਾਤ 2.5 ਕਬੀਲਿਆਂ ਦੀ ਧਰਤੀ ਤੋਂ ਵਾਪਸ ਕਨਾਨ ਦੇਸ਼ ਨੂੰ ਚਲਾ ਗਿਆ ਅਤੇ ਉੱਥੇ ਪਹੁੰਚ ਕੇ ਉਹਨਾਂ ਸਭ ਕੁਝ ਬਾਕੀ ਦੇ ਇਜ਼ਰਾਈਲੀਆਂ ਨੂੰ ਦੱਸਿਆ। ਇਹ ਸਭ ਸੁਣ ਕੇ ਇਜ਼ਰਾਈਲੀ ਲੋਕ ਖੁਸ਼ ਹੋ ਗਏ ਅਤੇ ਉਹਨਾਂ ਇਸ ਦੇ ਲਈ ਪਰਮੇਸ਼ਰ ਦਾ ਧੰਨਵਾਦ ਕੀਤਾ। ਉਹਨਾਂ ਨੇ ਰਊਬੇਨ ਅਤੇ ਗਾਦ ਦੇ ਕਬੀਲਿਆਂ ਨਾਲ ਲੜਨ ਦਾ ਆਪਣਾ ਫੈਸਲਾ ਵੀ ਰੱਦ ਕਰ ਦਿੱਤਾ। ਇਸ ਤੇ ਰਊਬੇਨ ਅਤੇ ਗਾਦ ਦੇ ਕਬੀਲਿਆਂ ਦੇ ਲੋਕਾਂ ਨੇ ਉਸ ਵੇਦੀ ਦਾ ਨਾਂ ਇਹ ਕਹਿ ਕੇ ਗਵਾਹੀ ਰੱਖਿਆ ਕਿ ਇਹ ਸਾਡੀ ਗਵਾਹ ਹੈ ਕਿ ਪ੍ਰਭੂ ਹੀ ਸਾਡਾ ਪਰਮੇਸ਼ਰ ਹੈ। ਆਮੀਨ। ਸੋ ਇਹਨੂੰ ਬਹੁਤਾ ਐਕਸਪਲੇਨ ਕਰਨ ਦੀ ਲੋੜ ਨਹੀਂ। ਇਹ ਇੱਕ ਘਟਨਾ ਵਾਪਰੀ ਆ ਉਹਨਾਂ ਦੇ ਵਿੱਚ, ਔਰ ਇੱਕ ਮਿਸਅੰਡਰਸਟੈਂਡਿੰਗ ਅਸੀਂ ਇਹਨੂੰ ਕਹਿ ਸਕਦੇ ਹਾਂ ਜਿਹੜੀ ਦੋਨਾਂ ਦੇ ਵਿੱਚ ਹੋਈ ਹੈ। 2.5 ਕਬੀਲਿਆਂ ਦੇ ਵਿੱਚ ਤੇ ਬਾਕੀ ਦੇ 9.5 ਕਬੀਲਿਆਂ ਦੇ ਵਿੱਚ ਜਿਹੜੀ ਮਿਸਅੰਡਰਸਟੈਂਡਿੰਗ ਹੋਈ ਆ, ਉਹ ਇਹ ਇਹਨਾਂ ਨੇ ਇਹ ਸੋਚ ਲਿਆ ਕਿ ਇਹ ਜੋ ਇਹ ਕੰਮ ਕਰਨ ਜਾ ਰਹੇ ਆ, ਇਹ ਦਿਖਾਉਣ ਜਾ ਰਹੇ ਆ ਕਿ ਸਾਡੇ ਕੋਲ 2.5 ਕਬੀਲੇ ਵੀ ਹੈਗੇ ਆ ਤੇ ਅਸੀਂ ਇੱਧਰ ਵੀ ਆਪਣਾ ਹੱਕ ਰੱਖਦੇ ਹਾਂ। ਬੇਸਿਕਲੀ ਇਹ ਦਿਖਾਉਣ ਜਾ ਰਹੇ ਆ, ਲੇਕਿਨ ਉਹਨਾਂ ਦਾ ਸੋਚਣ ਦਾ ਤਰੀਕਾ ਹੀ ਕੁਝ ਹੋਰ ਸੀ। ਫਿਰ ਤੁਸੀਂ ਸਾਡੀ ਸੰਤਾਨ ਨੂੰ ਕੱਲ ਨੂੰ ਇਹ ਨਾ ਕਹਿ ਸਕੋ ਕਿ ਸਾਡਾ ਤੁਹਾਡੇ ਨਾਲ ਔਰ ਸਾਡਾ ਤੁਹਾਡੇ ਪ੍ਰਭੂ ਦੇ ਨਾਲ ਕੋਈ ਹਿੱਸਾ ਨਹੀਂ। ਅਸੀਂ ਕੱਲ ਨੂੰ ਇਹ ਕਹਿ ਸਕੀਏ ਇਹ ਜਿਹੜੀ ਬੇਦੀ ਆ ਇਹ ਸਾਡੇ ਵਿੱਚ ਇੱਕ ਜਮਾ ਦਾ ਨਿਸ਼ਾਨ, ਇਸ ਤੋਂ ਇਲਾਵਾ ਹੋਰ ਇਹ ਕੁਛ ਨਹੀਂ। ਇਹ ਸਾਡੇ ਵਿੱਚ ਤੇ ਤੁਹਾਡੇ ਵਿੱਚ ਇੱਕ ਜਮਾ ਦਾ ਨਿਸ਼ਾਨ। 1415 ਤੱਕ ਇਹ ਸਮਾਂ ਪੂਰਾ ਹੋ ਗਿਆ। 2.5 ਕਬੀਲੇ ਚਲ ਗਏ, ਸ਼ਾਂਤੀ ਦੇ ਨਾਲ ਬਸਦੇ ਪਏ, ਆਪਣੇ ਪੂਰੇ ਆਰਾਮ ਦੇ ਨਾਲ ਉਹ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ। ਜਿਹੜੇ ਇਧਰਲੇ 9.5 ਕਬੀਲੇ ਆ ਉਹ ਆਪਣਾ ਪੂਰਾ ਸ਼ਾਂਤੀ ਔਰ ਆਰਾਮ ਦੇ ਨਾਲ ਸਮਾਂ ਗੁਜ਼ਾਰਦੇ ਪਏ ਆ। ਔਰ 22ਵੇਂ ਚੈਪਟਰ ਦੇ ਵਿੱਚ ਔਰ 23ਵੇਂ ਚੈਪਟਰ ਦੇ ਵਿੱਚ 43 ਸਾਲ ਦਾ ਫਰਕ। 22ਵੇਂ ਚੈਪਟਰ ਦੇ ਵਿੱਚ ਔਰ 23ਵੇਂ ਚੈਪਟਰ ਦੇ ਵਿੱਚ 43 ਸਾਲ ਦਾ ਫਰਕ। ਸੋ ਉਹਨਾਂ ਦੀ ਅਗਲੀ ਸੰਤਾਨ ਪੈਦਾ ਹੋ ਚੁੱਕੀ ਆ। ਔਰ ਉਸ ਸਮੇਂ ਦੇ ਵਿੱਚ ਇਹ ਜਿਹੜੇ ਇੰਨੇ ਰੰਜਸ਼ ਦੇ ਚੈਪਟਰ ਕਿਉਂ ਆ 23 ਤੇ 24 ਚੈਪਟਰ ਨੂੰ ਅਸੀਂ ਬਿਲਕੁਲ ਇੱਕ ਵੱਖਰੇ ਕਿਸਮ ਦੇ ਚੈਪਟਰ ਦੇਖਦੇ ਪਏ। ਇਹ ਤਾਂ ਹੋਣੇ ਚਾਹੀਦੇ ਆ ਖੁਸ਼ੀਆਂ ਤੇ ਕਿਲਕਾਰੀਆਂ ਦੇ, ਲੇਕਿਨ ਅਸੀਂ ਇਹ ਮਹਿਸੂਸ ਨਹੀਂ ਕਰਦੇ ਪਏ ਇਹਨਾਂ ਚੈਪਟਰਾਂ ਦੇ ਵਿੱਚ, ਕਿਉਂਕਿ ਯਹੋਸ਼ੂਆ ਦੀ ਪੁਸਤਕ ਇੱਕ ਬੜੇ ਉਦਾਸ ਮੋੜ ਤੇ ਖਤਮ ਹੋਈ ਆ। ਇਹ ਕਿਸੇ ਖੁਸ਼ੀ ਦੇ ਨਾਰੇ ਦੇ ਨਾਲ ਨਹੀਂ ਖਤਮ। ਔਰ ਅਸੀਂ ਜਿਸ ਤਰੀਕੇ ਦੇ ਨਾਲ 24-15 ਆਇਤ ਨੂੰ ਸਮਝਦੇ ਹਾਂ, ਉਹ ਆਇਤ ਇਸ ਤਰ੍ਹਾਂ ਨਹੀਂ ਗਈ, ਉਹ ਬਿਲਕੁਲ ਇੱਕ ਵੱਖਰੇ ਕਿਸਮ ਦੀ ਆਇਤ। ਸੋ ਹੁਣ ਉਹਦੇ ਲਈ ਇੱਥੇ ਜਿਹੜਾ ਸਮਾਂ ਆ ਗਿਆ ਉਹ ਜੱਜਸ ਦਾ ਸਮਾਂ ਇੱਥੋਂ ਸ਼ੁਰੂ ਹੋ ਗਿਆ, ਕਿਉਂਕਿ ਯਹੋਸ਼ੂਆ ਬਹੁਤ ਬਜ਼ੁਰਗ ਹੋ ਚੁੱਕਾ। ਉਸਨੇ ਹੁਣ ਆਪਣਾ ਜਿਹੜਾ ਭਾਰ ਅਗਲੀਆਂ ਸੰਤਾਨਾਂ ਦੇ ਉੱਤੇ ਪਾ ਦਿੱਤਾ ਹੈ। ਉਸਨੇ ਅਗਲੀਆਂ ਸੰਤਾਨਾਂ ਦੇ ਪਾ ਦਿੱਤਾ ਹੈ। ਸੋ ਹੁਣ ਅਸੀਂ ਜਿਹੜੀ ਚੀਜ਼ ਦੇਖਣੀ ਆ, ਹੁਣ ਸਾਨੂੰ ਜਾਣਾ ਪੈਣਾ, ਕਿਉਂਕਿ ਇਹ 23ਵੇਂ ਚੈਪਟਰ ਤੇ 22ਵੇਂ ਚੈਪਟਰ ਦੇ ਜਿਹੜੇ ਗੱਭੇ ਹਿੱਸੇ ਆਉਂਦੇ ਪਏ ਆ, ਉਹਦੇ ਲਈ ਸਾਨੂੰ ਹੁਣ ਅਗਲੀ ਪੁਸਤਕ ਦੇ ਵਿੱਚ ਜਾਣਾ ਪੈਣਾ, ਜਿਸ ਪੁਸਤਕ ਦਾ ਨਾਮ ਹੈ ਨਿਆਂਇਆਂ ਦੀਆਂ ਪੁਸਤਕਾਂ, ਜਿਹੜੇ ਨਿਆਈ ਹੋਏ ਇਹਨਾਂ ਦੇ ਵਿੱਚ। ਸੋ ਅਸੀਂ ਨਿਆਂਇਆਂ ਦਾ ਉਸ ਨੂੰ ਅਸੀਂ ਦੁਆਰਾ ਵੀ ਪੜਾਂਗੇ, ਪਰ ਅੱਜ ਇਹਦੇ ਗੱਭੇ ਪੜਾਂਗੇ, ਕਿਉਂਕਿ ਅਗਰ ਅਸੀਂ ਨਹੀਂ ਇਸ ਨੂੰ ਪੜਿਆ ਤਾਂ ਸਾਡਾ 23ਵਾਂ 24ਵਾਂ ਚੈਪਟਰ ਸਾਡੇ ਸਮਝ ਕਦੇ ਵੀ ਨਹੀਂ ਆਏਗਾ, ਕਦੀ ਵੀ ਨਹੀਂ ਆਏਗਾ। ਉਸ ਨੂੰ ਅਸਲੀਅਤ ਦੇ ਵਿੱਚ ਅਸੀਂ ਕਦੀ ਨਹੀਂ ਸਮਝ ਸਕਦੇ। ਠੀਕ, ਸੋ ਆਓ ਅਸੀਂ ਨਿਆਂਇਆਂ ਦਾ ਦੂਸਰਾ ਭਾਵ ਉਹਦੀ 16 ਤੋਂ 19 ਆਇਤ, ਬਸ ਅਗਲਾ ਚੈਪਟਰ ਹੀ ਆਓ ਨਿਆਂਇਆਂ ਦਾ।
ਸੋ ਅਗਰ ਆਪਾਂ 11 ਤੋਂ ਵੀ ਸ਼ੁਰੂ ਹੋ ਜਾਈਏ ਦੈਟਸ ਫਾਈਨ। 11 ਆਇਤ ਤੋਂ ਲੈ ਕੇ ਔਰ ਅਸੀਂ ਇਸ ਦੀ 23 ਆਇਤ ਤੱਕ ਜਾ ਜਿਸ ਨੂੰ ਮਿਲ ਜਾਏ। ਇੱਥੇ ਗੱਬੇ ਤੁਸੀਂ ਲਿਖ ਸਕਦੇ ਆ ਕਿ 23ਵੇਂ 22ਵੇਂ ਔਰ 23ਵੇਂ ਚੈਪਟਰ ਦੇ ਵਿੱਚ ਅਸਲ ਦੇ ਵਿੱਚ ਨਿਆਂਇਆਂ ਦੇ ਚੈਪਟਰ ਸ਼ੁਰੂ ਹੋ ਜਾਂਦੇ। ਸੋ ਜਿਸ ਨੂੰ ਮਿਲ ਜਾਏ। ਹਾਂਜੀ ਮਿਲ ਜਾਏ। ਇਸਰਾਏਲੀਆਂ ਦਾ ਪਰਾਏ ਦੇਵਤਿਆਂ ਦੀ ਪੂਜਾ ਕਰਨਾ। ਸੋ ਇਸਰਾਏਲੀ ਲੋਕਾਂ ਨੇ ਆਪਣੇ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਅਤੇ ਉਹ ਬਾਲ ਦੇਵਤਿਆਂ ਦੀ ਪੂਜਾ ਕਰਨ ਲੱਗ ਪਏ। ਉਹ ਆਪਣੇ ਪੁਰਖਿਆਂ ਦੇ ਪ੍ਰਭੂ ਪਰਮੇਸ਼ਰ ਨੂੰ ਭੁੱਲ ਗਏ ਜੋ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਕੇ ਲਿਆਇਆ ਸੀ। ਉਹਨਾਂ ਲੋਕਾਂ ਦੇ ਪਰਾਏ ਦੇਵਤਿਆਂ ਦੇ ਪਿੱਛੇ ਲੱਗ ਤੁਰੇ ਅਤੇ ਉਹਨਾਂ ਦੀ ਪੂਜਾ ਕਰਨ ਲੱਗੇ ਜੋ ਉਹਨਾਂ ਦੇ ਚਾਰੇ ਪਾਸੇ ਰਹਿੰਦੇ ਸਨ। ਇਸ ਤਰ੍ਹਾਂ ਉਹਨਾਂ ਪ੍ਰਭੂ ਦਾ ਗੁੱਸਾ ਭੜਕਾਇਆ। ਸੋ ਪ੍ਰਭੂ ਨੂੰ ਛੱਡ ਕੇ ਬਾਲ ਅਤੇ ਅਸ਼ਤਾਰੋਤ ਦੇਵਤਿਆਂ ਦੀ ਪੂਜਾ ਕਰਨ ਲੱਗੇ। ਇਸ ਲਈ ਪ੍ਰਭੂ ਦਾ ਕ੍ਰੋਧ ਉਹਨਾਂ ਦੇ ਵਿਰੁੱਧ ਭੜਕਿਆ ਤੇ ਉਸਨੇ ਉਹਨਾਂ ਨੂੰ ਲਟੇਰਿਆਂ ਦੇ ਹੱਥੀਂ ਸੌਂਪ ਦਿੱਤਾ ਜਿਨ੍ਹਾਂ ਦਾ ਉਹ ਹੁਣ ਟਾਕਰਾ ਨਹੀਂ ਕਰ ਸਕਦੇ ਸਨ। ਸੋ ਇਸਰਾਏਲੀ ਜਦੋਂ ਵੀ ਆਪਣੇ ਕਿਸੇ ਵੈਰੀ ਦੇ ਵਿਰੁੱਧ ਲੜਨ ਲਈ ਨਿਕਲਦੇ, ਪ੍ਰਭੂ ਆਪਣੀ ਦਿੱਤੀ ਚੇਤਾਵਨੀ ਅਤੇ ਪ੍ਰਤਿੱਗਿਆ ਅਨੁਸਾਰ ਉਹਨਾਂ ਦਾ ਬੁਰਾ ਹੀ ਕਰਦਾ। ਉਹ ਇਸ ਤਰ੍ਹਾਂ ਬਹੁਤ ਦੁਖੀ ਹੋ ਗਏ। ਪਰ ਪ੍ਰਭੂ ਨੇ ਉਹਨਾਂ ਨੂੰ ਨਿਆਂ ਕਰਨ ਲਈ ਸਰਦਾਰ ਦਿੱਤੇ ਜੋ ਉਹਨਾਂ ਨੂੰ ਲਟੇਰਿਆਂ ਦੇ ਹੱਥੋਂ ਬਚਾਉਂਦੇ ਸਨ। ਪਰ ਇਸਰਾਏਲੀ ਆਪਣੇ ਇਹਨਾਂ ਸਰਦਾਰਾਂ ਦੀ ਵੀ ਨਹੀਂ ਸੁਣਦੇ ਸਨ। ਉਹਨਾਂ ਦੇ ਪੁਰਖੇ ਪ੍ਰਭੂ ਦੇ ਪਿੱਛੇ ਚੱਲਦੇ ਅਤੇ ਉਹਨਾਂ ਦੀਆਂ ਆਗਿਆਵਾਂ ਮੰਨਦੇ ਸਨ, ਪਰ ਉਹਨਾਂ ਦੇ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹ ਪਰਾਏ ਦੇਵਤਿਆਂ ਦੇ ਪਿੱਛੇ ਚੱਲ ਕੇ ਉਹਨਾਂ ਦੀ ਪੂਜਾ ਕਰਕੇ ਵਿਚਾਰ ਕਰਨ ਲੱਗੇ। ਉਹਨਾਂ ਦੇ ਕਰਾਉਣ ਦੀ ਆਵਾਜ਼ ਸੁਣ ਕੇ ਪ੍ਰਭੂ ਉਹਨਾਂ ਨੂੰ ਸਰਦਾਰ ਦਿੰਦਾ ਸੀ ਜਿਸ ਦੇ ਨਾਲ ਉਹ ਆਪ ਰਹਿੰਦਾ ਸੀ ਅਤੇ ਉਹ ਉਹਨਾਂ ਨੂੰ ਵੈਰੀਆਂ ਦੇ ਹੱਥੋਂ ਬਚਾਉਂਦਾ ਸੀ। ਪਰ ਜਦੋਂ ਉਹ ਸਰਦਾਰ ਮਰ ਜਾਂਦਾ ਤਾਂ ਉਹ ਫਿਰ ਆਪਣੇ ਪਿਓ ਦਾਦਿਆਂ ਤੋਂ ਵੀ ਅਧਿਕ ਪਰਾਏ ਦੇਵਤਿਆਂ ਦੀਆਂ ਪੂਜਾ ਕਰਕੇ ਪਾਪ ਕਰਦੇ ਸਨ। ਉਹ ਆਪਣੀ ਨਾ ਕਿਸੇ ਬੁਰੀ ਆਦਤ ਨੂੰ ਛੱਡਦੇ ਅਤੇ ਨਾ ਆਪਣਾ ਜ਼ਿੱਦੀ ਪੁਣੇ ਨੂੰ ਛੱਡਦੇ ਸਨ। ਇਸ ਲਈ ਪ੍ਰਭੂ ਦਾ ਗੁੱਸਾ ਇਸਰਾਏਲੀਆਂ ਦੇ ਵਿਰੁੱਧ ਭੜਕਿਆ ਅਤੇ ਉਸਨੇ ਕਿਹਾ, ਇਹਨਾਂ ਲੋਕਾਂ ਨੇ ਉਹ ਨੇਮ ਤੋੜ ਦਿੱਤਾ ਜੋ ਮੈਂ ਇਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ। ਇਹਨਾਂ ਨੇ ਮੇਰੀ ਆਵਾਜ਼ ਸੁਣਨ ਤੋਂ ਇਨਕਾਰ ਕੀਤਾ ਹੈ। ਇਸ ਲਈ ਮੈਂ ਵੀ ਉਹਨਾਂ ਦੇ ਸਾਹਮਣੇ ਕਿਸੇ ਕੌਮ ਨੂੰ ਨਹੀਂ ਕੱਢਾਂਗਾ ਜੋ ਯਹੋਸ਼ੂਆ ਆਪਣੀ ਮੌਤ ਦੇ ਪਿੱਛੋਂ ਛੱਡ ਗਿਆ ਹੈ। ਮੈਂ ਇਸ ਤਰ੍ਹਾਂ ਇਹਨਾਂ ਲੋਕਾਂ ਦੀ ਪ੍ਰੀਖਿਆ ਲਵਾਂਗਾ ਕਿ ਇਹ ਲੋਕ ਆਪਣੇ ਪੁਰਖਿਆਂ ਦੇ ਵਾਂਗ ਮੇਰੇ ਪਿੱਛੇ ਚੱਲਦੇ ਹਨ ਜਾਂ ਨਹੀਂ। ਸੋ ਪ੍ਰਭੂ ਨੇ ਉਹਨਾਂ ਕੌਮਾਂ ਨੂੰ ਇਸਰਾਏਲੀਆਂ ਦੇ ਅੱਗੋਂ ਨਾ ਕੱਢਿਆ ਜੋ ਉਸਨੇ ਯਹੋਸ਼ੂਆ ਦੇ ਅਧਿਕਾਰ ਵਿੱਚ ਦਿੱਤੀਆਂ ਸਨ। ਸੋ ਇਹ ਤਾਂ ਹੈ ਸਿਰਫ ਸਾਰ, ਛੋਟਾ ਜਿਹਾ ਸਾਰ ਆ ਜਿਹੜਾ ਅਸੀਂ ਸਾਰੀ ਯਹੋਸ਼ੂਆ ਦੀ ਪੁਸਤਕ ਦੇ ਵਿੱਚ ਪੜ੍ਹਨਾ। ਲੇਕਿਨ ਹੁਣ ਜਿੱਥੇ ਅਸੀਂ ਬੈਠੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ 1415 ਸਾਲ ਪਹਿਲਾਂ ਤੋਂ ਲੈ ਕੇ ਅਗਲੇ 43 ਸਾਲ ਦੇ ਵਿੱਚ ਕੀ ਹੋਇਆ, ਉਹਦਾ ਜਿਹੜਾ ਅਸੀਂ ਸਾਰ ਦੇਖਣਾ ਹੈਗਾ ਉਹ ਤੀਸਰੇ ਚੈਪਟਰ ਚ ਦੇਖਣਾ। ਸੋ ਯਹੋਸ਼ੂਆ ਬਹੁਤ ਬੁੱਢਾ ਹੋ ਚੁੱਕਾ, ਸਭ ਕੁਝ ਸ਼ਾਂਤ ਆ, ਸਾਰਾ ਕੁਝ ਠੀਕ ਆ, ਲੇਕਿਨ ਚੇਤਾ ਅਸੀਂ ਪੜ੍ਹਿਆ ਸੀ ਕਿ ਉਹਨਾਂ ਨੇ ਆਪਣੇ ਵਿੱਚੋਂ ਕਨਾਨੀਆਂ ਨੂੰ ਕੱਢਿਆ ਨਹੀਂ, ਬਲਕਿ ਇਸ ਲਾਲਚ ਦੇ ਨਾਲ ਕਿ ਇਹਨਾਂ ਨੂੰ ਅਸੀਂ ਆਪਣੇ ਕਮੀਨ ਬਣਾ ਲਾਂਗੇ, ਇਹਨਾਂ ਤੋਂ ਅਸੀਂ ਕੰਮ ਲਵਾਂਗੇ, ਇਹ ਸਾਡਾ ਪਾਣੀ ਢੋਇਆ ਕਰਨਗੇ। ਪਰ ਇਸ ਚੀਜ਼ ਨੂੰ ਜਾਣਦੇ ਨਹੀਂ ਸੀ ਕਿ ਉਹ ਰੋਮਾਨਿਕ ਬਲੱਡ ਆ ਉਹਨਾਂ ਦੇ ਵਿੱਚ, ਉਹਨਾਂ ਦੀਆਂ, ਜਿਸ ਤਰ੍ਹਾਂ ਕਿ ਅੱਜ ਅਸੀਂ ਦੇਖਦੇ ਹੈਗੇ ਹਾਂ ਕਿ ਅਸੀਂ ਕੈਨੇਡਾ ਦੇ ਵਿੱਚ ਆਏ ਹਾਂ, ਅਸੀਂ ਦੇਖਦੇ ਹੈਗੇ ਹਾਂ ਕਿ ਜਿਸ ਤਰ੍ਹਾਂ ਗੋਰੇ ਗੋਰੀਆਂ ਸਾਡੇ ਵਿੱਚ ਰਹਿੰਦੇ ਆ, ਬੇਸਿਕਲੀ ਇਹ ਮਿਕਸਚਰ ਆ। ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀ ਕਿ ਇਹਨਾਂ ਨੂੰ ਆਪਣੇ ਵਿੱਚੋਂ ਕੱਢ ਦਿਓ। ਉਹ ਸਾਰੇ ਦੇ ਸਾਰੇ ਮਰੇ ਨਹੀਂ ਸੀਗੇ, ਉਹਨਾਂ ਚੋਂ ਬਹੁਤ ਸਾਰਿਆਂ ਦੇ ਕੋਲ ਸ਼ਿਪ ਸੀਗੇ ਜਿਹੜੇ ਉਹ ਲੈ ਕੇ ਦੌੜ ਗਏ ਸੀ ਵਾਪਸ ਰੋਮ ਦੇ ਇਲਾਕੇ ਦੇ ਵਿੱਚ। ਔਰ ਉਸ ਇਲਾਕੇ ਦਾ ਉਸ ਵੇਲੇ ਵੱਖਰੇ ਨਾਮ ਸੀਗੇ, ਉਹ ਰੋਮ ਨਹੀਂ ਸੀ ਉਹਨਾਂ ਦਾ। ਰੋਮ, ਇਟਲੀ, ਜਿਹੜੇ ਅੱਜ ਅਸੀਂ ਦੇਖਦੇ ਪਏ ਇਹ ਨਾਮ ਨਹੀਂ ਸੀਗੇ ਉਸ ਵੇਲੇ। ਉਹ ਵਾਪਸ ਆਪਣੇ ਇਲਾਕਿਆਂ ਦੇ ਵਿੱਚ ਚਲੇ ਗਏ ਸੀ, ਬਹੁਤ ਸਾਰੇ ਚਲੇ ਗਏ ਸੀ, ਲੇਕਿਨ ਕੁਛ ਉਹਨਾਂ ਨੇ ਰੱਖ ਲਏ ਸੀ। ਹੁਣ ਆਈ ਮੁਸੀਬਤ ਕਿ ਜਦੋਂ ਸਾਰਾ ਕੁਝ ਸ਼ਾਂਤੀ ਹੋ ਗਈ, 2.5 ਕਬੀਲੇ ਵਾਪਸ ਚਲੇ ਗਏ। ਉਸ ਦਿਨ ਤੋਂ ਬਾਅਦ ਜਿਹੜੇ ਸ਼ਾਂਤੀ ਆ ਗਈ ਤਾਂ ਹੁਣ ਉਹਨਾਂ 43 ਸਾਲਾਂ ਦੇ ਵਿੱਚ ਹੁਣ ਕੁਛ ਹੋਣ ਲੱਗਾ। ਆਓ ਉਸਨੂੰ ਦੇਖੀਏ ਮੇਰੇ ਨਾਲ। ਤੀਸਰਾ ਭਾਵ ਉਸ ਦੀ ਪਹਿਲੀ ਆਇਤ ਤੋਂ ਲੈ ਕੇ ਅਸੀਂ ਪਹਿਲਾਂ 6 ਆਇਤਾਂ ਦੇਖਾਂਗੇ ਔਰ ਫਿਰ ਅਸੀਂ ਉਸ ਦੀ 7 ਆਇਤ ਤੋਂ ਲੈ ਕੇ
ਫਿਰ ਅਸੀਂ ਅੱਗੇ ਦੇਖਾਂਗੇ। ਜਿਸ ਨੂੰ ਮਿਲ ਜਾਂਦਾ ਉਹ ਪਹਿਲਾਂ ਇਸ ਦੀਆਂ ਲੈਟਸ ਸੀ ਦੈਟ ਇਹਦੀਆਂ ਪਹਿਲੀਆਂ ਅਸੀਂ 1 ਤੋਂ ਲੈ ਕੇ 10 ਆਇਤਾਂ ਤੱਕ 11 ਆਇਤਾਂ ਤੱਕ ਅਸੀਂ ਪੜਾਂਗੇ। ਹਾਂਜੀ, ਮੈਂ ਪੜ੍ਹਦੀ ਹਾਂ ਪਾਸ਼ਾ ਜੀ। ਧਰਤੀ ਉੱਤੇ ਪਿੱਛੇ ਰਹਿ ਗਈਆਂ ਕੌਮਾਂ। ਪ੍ਰਭੂ ਨੇ ਕੁਝ ਪਰਾਈਆਂ ਕੌਮਾਂ ਨੂੰ ਇਜ਼ਰਾਈਲੀ ਧਰਤੀ ਉੱਤੇ ਰਹਿਣ ਦਿੱਤਾ ਕਿ ਉਹ ਉਹਨਾਂ ਇਜ਼ਰਾਈਲੀਆਂ ਨੂੰ ਪਰਖੇ ਜਿਨ੍ਹਾਂ ਨੂੰ ਕਨਾਨ ਦੀਆਂ ਲੜਾਈਆਂ ਦੀ ਕੋਈ ਜਾਣਕਾਰੀ ਨਹੀਂ ਸੀ। ਸੋ ਇਹਨਾਂ ਕੌਮਾਂ ਨੂੰ ਪਿੱਛੇ ਰੱਖਣ ਦਾ ਉਦੇਸ਼ ਸੀ ਕਿ ਪ੍ਰਭੂ ਹਰ ਪੀੜ੍ਹੀ ਦੇ ਲੋਕਾਂ ਨੂੰ ਲੜਾਈ ਦੇ ਬਾਰੇ ਸਿਖਾਵੇ। ਸੋ ਇਸ ਬਾਰੇ ਕੁਝ ਨਹੀਂ ਜਾਣਦੇ ਜੋ ਇਸ ਬਾਰੇ ਕੁਝ ਨਹੀਂ ਜਾਣਦੇ ਸਨ। ਪਿੱਛੇ ਰਹੀਆਂ ਪਰਾਈਆਂ ਕੌਮਾਂ ਇਹ ਹਨ: ਫਿਲਿਸਤੀਆਂ ਦੇ 5 ਸਰਦਾਰ, ਸਾਰੇ ਕਨਾਨੀ, ਸਿਦੋਨੀ ਅਤੇ ਹਿੱਵੀ। ਇਹ ਸਭ ਲਬਨਾਨ ਦੇ ਪਹਾੜੀ ਇਲਾਕੇ ਵਿਚਲੇ ਬਾਲ ਹਰਮੋਨ ਦੇ ਪਹਾੜ ਤੋਂ ਲੈ ਕੇ ਹਮਾਦ ਦੇ ਰਾਹ ਤੱਕ ਦੇ ਇਲਾਕੇ ਵਿੱਚ ਰਹਿੰਦੇ ਸਨ। ਇਹ ਲੋਕ ਇਜ਼ਰਾਈਲ ਦੇ ਲਈ ਇੱਕ ਪ੍ਰੀਖਿਆ ਸੀ ਕਿ ਉਹ ਮੂਸਾ ਦੁਆਰਾ ਉਹਨਾਂ ਦੇ ਪੁਰਖਿਆਂ ਨੂੰ ਪ੍ਰਭੂ ਦੀਆਂ ਮਿਲੀਆਂ ਆਗਿਆਵਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ। ਸੋ ਜਦ ਇਜ਼ਰਾਈਲੀ ਲੋਕ ਇਹਨਾਂ ਕੌਮਾਂ ਦੇ ਵਿਚਕਾਰ ਰਹਿੰਦੇ ਸਨ, ਕਨਾਨੀ, ਹਿੱਤੀ, ਅਮੋਰੀ, ਫਰਿੱਜੀ, ਹਿੱਵੀ ਅਤੇ ਜਬੂਸੀ ਉਹਨਾਂ ਦੇ ਧੀਆਂ ਪੁੱਤਾਂ ਨਾਲ ਆਪਣੇ ਪੁੱਤਾਂ ਧੀਆਂ ਦੇ ਵਿਆਹ ਸ਼ਾਦੀਆਂ ਕਰਦੇ ਸਨ। ਅਥਾਨੀਅਲ। ਤਦ ਇਜ਼ਰਾਈਲੀ ਲੋਕਾਂ ਨੇ ਆਪਣੇ ਪ੍ਰਭੂ ਦਾ ਵਿਸ਼ਵਾਸਘਾਤ ਕਰਕੇ ਪਰਾਏ ਦੇਵਤਿਆਂ ਬਾਲ ਅਤੇ ਅਸਿਰਾ ਦੀ ਪੂਜਾ ਕੀਤੀ। ਇਸ ਲਈ ਪ੍ਰਭੂ ਦਾ ਕ੍ਰੋਧ ਭੜਕਿਆ ਤੇ ਉਸਨੇ ਉਹਨਾਂ ਨੂੰ ਮੈਸੋਪੋਟਾਮੀਆ ਦੇ ਰਾਜਾ ਕੂਸ਼ਨ ਰਸ਼ਾਤੈਮ ਦੇ ਹੱਥੀਂ ਸੌਂਪ ਦਿੱਤਾ। ਇਜ਼ਰਾਈਲੀ ਉਸ ਰਾਜਾ ਦੀ 4 ਸਾਲਾਂ ਤੱਕ ਸੇਵਾ ਕਰਦੇ ਰਹੇ। ਫਿਰ ਇਜ਼ਰਾਈਲੀਆਂ ਨੇ ਆਪਣੇ ਪ੍ਰਭੂ ਦੇ ਅੱਗੇ ਦੁਹਾਈ ਦਿੱਤੀ ਤਾਂ ਉਸਨੇ ਉਹਨਾਂ ਨੂੰ ਇੱਕ ਬਚਾਉਣ ਵਾਲਾ ਦਿੱਤਾ। ਇਹ ਬਚਾਉਣ ਵਾਲਾ ਥਾਨੀਅਲ ਸੀ ਜੋ ਕਲੇਬ ਦੇ ਛੋਟੇ ਭਰਾ ਕਨਜ ਦਾ ਪੁੱਤਰ ਸੀ। ਪ੍ਰਭੂ ਦਾ ਆਤਮਾ ਥਾਨੀਅਲ ਉੱਤੇ ਆਇਆ ਤੇ ਉਹ ਇਜ਼ਰਾਈਲੀਆਂ ਦਾ ਨਿਆਂ ਪ੍ਰਬੰਧਕ ਬਣ ਗਿਆ। ਉਸਨੇ ਮੈਸੋਪੋਟਾਮੀਆ ਦੇ ਰਾਜੇ ਕੂਸ਼ਨ ਰਿਸ਼ਤੋਮ ਨਾਲ ਲੜਾਈ ਕੀਤੀ ਅਤੇ ਪ੍ਰਭੂ ਨੇ ਉਸ ਨੂੰ ਰਾਜਾ ਕੂਸ਼ਨ ਰਿਸ਼ਤੋਮ ਉੱਤੇ ਜਿੱਤ ਦਿੱਤੀ। ਤਦ ਇਜ਼ਰਾਈਲੀਆਂ ਦੀ ਧਰਤੀ ਉੱਤੇ 40 ਸਾਲਾਂ ਤੱਕ ਸ਼ਾਂਤੀ ਰਹੀ ਤੇ ਥਾਨੀਅਲ ਮਰ ਗਿਆ। ਆਮੀਨ। ਹੁਣ ਅਸੀਂ ਇਹ ਦੇਖਦੇ ਪਏ ਹਾਂ ਇਸ ਸਮੇਂ ਦੇ ਵਿੱਚ ਕੀ ਹੁੰਦਾ ਪਿਆ। ਅਸੀਂ ਪੜ੍ਹ ਕੇ ਹਟੇ ਹਾਂ ਪਿੱਛੇ ਕਿ ਜਿਸਲੇ ਕਾਲੇਬ ਨੇ ਕਿਹਾ ਕਿ ਜਿਹੜਾ ਇਸ ਪਹਾੜੀ ਨੂੰ ਜਿੱਤੇਗਾ, ਇਸ ਰਾਜ ਨੂੰ ਜਿੱਤੇਗਾ, ਮੈਂ ਉਸ ਨੂੰ ਆਪਣੀ ਧੀ ਦਾ ਉਸ ਦੇ ਨਾਲ ਵਿਆਹ ਕਰਾਂਗਾ। ਸੋ ਉਸ ਦੇ ਛੋਟੇ ਭਰਾ ਦੇ ਬੇਟੇ ਨੇ ਉਸ ਨੂੰ ਉਹਨਾਂ ਅਨਾਕੀ ਦੈਂਤਾਂ ਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਦਿੱਤਾ, ਉੱਥੇ ਜਿੱਤ ਪ੍ਰਾਪਤ ਕਰ ਲਈ ਔਰ ਉਸਨੇ ਆਪਣੀ ਬੇਟੀ ਦਾ ਵਿਆਹ ਉਸ ਦੇ ਨਾਲ ਕੀਤਾ। ਔਰ ਅਸੀਂ ਪੜ੍ਹ ਕੇ ਹਟੇ ਹਾਂ ਕਿ ਉਸਨੇ ਆਪਣੀ ਬੇਟੀ ਉਸਨੇ ਉਸਨੂੰ ਕਿਹਾ ਕਿ ਦੇਖ ਸਾਡੀ ਧਰਤੀ ਜਿਹੜੀ ਸਾਨੂੰ ਸਾਡੇ ਹਿੱਸੇ ਦੇ ਵਿੱਚ ਜਿਹੜੀ ਆਈ ਸੀ ਉਹ ਸੁੱਕੀ ਆ, ਸਾਨੂੰ ਪਾਣੀ ਦਾ ਵੀ ਕੁਝ ਸੋਮਾ ਚਾਹੀਦਾ। ਸੋ ਆਪਣੇ ਬਾਪ ਦੇ ਕੋਲ ਗਈ। ਕਲੇਬ ਪ੍ਰਮੁੱਖ ਆ ਇਸ ਵੇਲੇ ਉੱਥੇ ਦਾ। ਇਸ ਵੇਲੇ ਉਸ ਘਰਾਣੇ ਤੇ ਉਸ ਕੁਲ ਤੇ ਜਿਹੜਾ ਸਰਦਾਰ ਆ ਉਹ ਕਲੇਬ ਆ। ਕਲੇਬ ਨੇ ਕਿਹਾ ਆਪਣੀ ਧੀ ਨੂੰ ਪੁੱਛਿਆ ਤੂੰ ਕੀ ਮੰਗਦੀ ਆ? ਉਸਨੇ ਕਿਹਾ ਸਾਨੂੰ ਵੀ ਕੋਈ ਪਾਣੀ ਵਾਲੀ ਤਾਂ ਕੋਈ ਜਗ੍ਹਾ ਦੇ ਜਿਹਨਾਂ ਸਾਡੇ ਖੇਤ ਵੀ ਸਿੰਜੇ ਜਾ। ਤੇ ਉਸਨੇ ਉੱਚੀਆਂ ਨੀਵੀਆਂ ਪਹਾੜੀਆਂ ਦਾ ਜਿਹੜਾ ਸਾਰਾ ਹਿੱਸਾ ਸੀ ਉਸਨੂੰ ਦੇ ਦਿੱਤਾ। ਕਾਰਨ ਕੀ ਸੀ? ਉਹਦੇ ਵਿੱਚ ਦੀ ਪਾਣੀ ਦੀ ਇੱਕ ਕ੍ਰੀਕ ਵਗਦੀ ਸੀ, ਜਿਹੜੇ ਅੱਜ ਅਸੀਂ ਇੱਥੇ ਕ੍ਰੀਕਾਂ ਕਹਿੰਦੇ ਜਦੋਂ ਇਹਦਾ ਕ੍ਰੀਕ ਵਗਦੀ ਸੀ। ਸੋ ਉਸਨੂੰ ਬਰਕਤ ਪ੍ਰਭੂ ਨੇ ਦਿੱਤੀ, ਉਸਨੂੰ ਪ੍ਰਭੂ ਨੇ ਚੁਣਿਆ, ਉਸਨੂੰ ਪ੍ਰਭੂ ਨੇ ਚੁਣਿਆ ਯਹੋਸ਼ੂਆ ਦੀ ਥਾਂ ਦੇ ਉੱਤੇ। ਯਹੋਸ਼ੂਆ ਦੇ ਜੀਂਦੇ ਜੀ, ਯਹੋਸ਼ੂਆ ਹਾਲੇ ਮਰਿਆ ਨਹੀਂ। ਅਸੀਂ ਜਿਹੜਾ ਪੜ੍ਹ ਕੇ ਹਟੇ ਨਾ ਉਹ ਇੱਕ ਸਾਰ ਸੀ। ਅਸੀਂ ਦੇਖਾਂਗੇ ਯਹੋਸ਼ੂਆ ਕਿੱਥੇ ਜਾ ਕੇ ਮਰਿਆ। ਉਹ ਬੇਸਿਕਲੀ ਨਿਆਂਇਆਂ ਦੇ ਇੱਕ ਹਿੱਸੇ ਦੇ ਵਿੱਚ ਜਾ ਕੇ ਉਸਦੀ ਮੌਤ ਹੋਈ ਆ। ਜਿਹੜਾ ਅਸੀਂ ਹਿੱਸਾ ਪੜ੍ਹ ਕੇ ਹਟੇ ਉਹਦੇ ਅੰਤ ਦੇ ਵਿੱਚ ਜਾ ਕੇ ਉਸਦੀ ਮੌਤ ਹੋਈ। ਔਰ ਅਸੀਂ ਇਹ ਦੇਖਦੇ ਪਏ ਹਾਂ ਕਿ ਆਲਰੇਡੀ ਇਹ ਸਾਰੀ ਦੀ ਸਾਰੀ ਜਿਹੜੀ ਕੌਮ ਇਹ ਪਾਪ ਦੇ ਵਿੱਚ ਡਿੱਗ ਚੁੱਕੀ। ਪ੍ਰਭੂ ਨੇ ਕਿਹਾ ਸੀ ਨਾ ਕਿ ਇਹਨਾਂ ਨੂੰ ਆਪਣੇ ਵਿੱਚ ਨਾ ਰੱਖਿਓ, ਔਰ ਉਹਨਾਂ ਨੇ ਉਹੀ ਪਾਪ ਕੀਤਾ ਕਿ ਉਹਨਾਂ ਨੂੰ ਆਪਣੇ ਵਿੱਚ ਰੱਖਿਆ, ਜਿਸ ਦੀ ਮੁਸੀਬਤ ਇਹ ਪਈ ਕਿ ਹੁਣ ਉਹਨਾਂ ਨੇ ਇਹਨਾਂ ਨੂੰ ਪਾਪ ਦੇ ਵਿੱਚ ਸੁੱਟ ਲਿਆ। ਉਹਨਾਂ ਨੇ ਇਹਨਾਂ ਨੂੰ ਪਾਪ ਦੇ ਵਿੱਚ ਸੁੱਟ ਲਿਆ ਔਰ ਪ੍ਰਭੂ ਦਾ ਗੁੱਸਾ ਭੜਕਿਆ। ਅਸੀਂ ਇਹ ਦੇਖਦੇ ਹਾਂ, ਬੇਸਿਕਲੀ ਅਸੀਂ ਇਹ ਦੇਖਦੇ ਹਾਂ ਕਿ ਪ੍ਰਭੂ ਨੇ ਆਪਣਾ ਰਾਖੀ ਵਾਲਾ ਹੱਥ ਪਿੱਛੇ ਖਿੱਚ ਲਿਆ। That's all he does. ਉਸਨੂੰ ਸਾਨੂੰ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਅਸੀਂ ਕਾਫੀ ਹਾਂ ਆਪਣੇ ਆਪ ਨੂੰ ਮਾਰਨ ਲਈ।
ਉਹ ਸਿਰਫ ਆਪਣਾ ਰਾਖੀ ਵਾਲਾ ਹੱਥ ਪਿੱਛੇ ਖਿੱਚ ਲੈਂਦਾ। ਔਰ ਅਸੀਂ ਕੀ ਦੇਖਦੇ ਪਏ ਹਾਂ ਕਿ ਉਹ ਪਾਪ ਦੇ ਵਿੱਚ ਡਿੱਗ, ਔਰ ਜਿਸ ਵੇਲੇ ਉਹ ਪਾਪ ਦੇ ਵਿੱਚ ਡਿੱਗੇ ਆ, ਔਰ ਜਿਸ ਵੇਲੇ ਉਹ ਬੁੱਤ ਪ੍ਰਸਤੀ ਕਰਦੇ ਪਏ ਆ, ਜਿਸ ਵੇਲੇ ਉਹਨਾਂ ਕੌਮਾਂ ਦੇ ਵਿੱਚ ਆਪਣੇ ਬੱਚੇ ਬੇਟੀ ਬੇਟਿਆਂ ਦਾ ਵਿਆਹ ਕਰਕੇ ਔਰ ਉਧਰ ਨੂੰ ਉਹ ਜਾਂਦੇ ਪਏ ਆ, ਔਰ ਉਹ ਬੁੱਤ ਜਿਹੜੇ ਨਾ ਬੋਲ ਸਕਦੇ ਆ, ਨਾ ਦੇਖ ਸਕਦੇ ਆ, ਨਾ ਸੁੰਘ ਸਕਦੇ ਆ, ਨਾ ਚੱਲ ਸਕਦੇ ਆ, ਉਹਨਾਂ ਦੇ ਪਿੱਛੇ ਉਹ ਚੱਲ ਰਹੇ ਆ, ਤਾਂ ਉਸ ਵੇਲੇ ਜਿਸਲੇ ਯਾਸ਼ੂਆ ਨੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਦੇਖੀਆਂ, ਇੱਕ ਬਜ਼ੁਰਗ ਆ, ਜਿਸਲੇ ਉਹਨੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਦੇਖੀਆਂ, ਤਾਂ ਫਿਰ 23ਵਾਂ ਤੇ 24ਵਾਂ ਚੈਪਟਰ ਆਉਂਦਾ, ਕਿਉਂਕਿ ਹੁਣ ਯਾਸ਼ੂਆ ਦਾ ਉਹ ਸਮਾਂ ਆ ਗਿਆ ਜਿਸਲੇ ਪ੍ਰਭੂ ਨੇ ਕਿਹਾ ਕਿ ਹੁਣ ਤੂੰ ਮਰਨਾ। ਸੋ ਇਹ 1372 ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ 1372 ਸਾਲ ਪਹਿਲਾਂ ਇਸ ਚੈਪਟਰ ਦੇ ਉੱਤੇ ਆਏ, ਔਰ ਹੁਣ ਤੁਹਾਨੂੰ ਸਮਝ ਆਏਗੀ ਕਿ ਯਾਸ਼ੂਆ ਨੇ ਇਹ ਸਾਰੀਆਂ ਗੱਲਾਂ ਕਿਉਂ ਕਹੀਆਂ। ਆਪਣਾ ਇਹ ਆਖਰੀ 2 ਚੈਪਟਰ ਤਾਂ ਖੁਸ਼ੀ ਦੇ ਨਾਰਿਆਂ ਦੇ ਹੋਣੇ ਚਾਹੀਦੇ ਸੀ, ਇਹ ਵਿਰਲਾਪ ਦੇ। ਇਹ ਕਿਉਂ ਵਿਰਲਾਪ? ਕਿਉਂਕਿ ਉਸ 43 ਸਾਲ ਦੇ ਵਿੱਚ ਜੋ ਕੁਝ ਹੋਇਆ, ਉਸ ਨੂੰ ਦੇਖਦਿਆਂ ਹੋਇਆਂ ਇਹ ਸਾਰੀਆਂ ਚੀਜ਼ਾਂ ਲਿਖੀਆਂ ਗਈਆਂ। ਇਹ ਜਿਹੜਾ ਆਖਰੀ ਹਿੱਸਾ ਆਪਣੀ ਮੌਤ ਤੋਂ ਪਹਿਲਾਂ ਉਹ ਲੋਕਾਂ ਨੂੰ ਕਹਿ ਰਿਹਾ, ਉਸ ਦੇ ਪਿੱਛੇ ਬਹੁਤ ਵੱਡਾ ਕਾਰਨ। ਸੋ ਆਓ ਅਸੀਂ 6:50 ਤੇ ਅਸੀਂ ਪਹੁੰਚ ਚੁੱਕੇ ਹਾਂ, ਪਰ ਆਈ ਥਿੰਕ ਵੀ ਕੈਨ ਰੀਡ ਚੈਪਟਰ 23। ਕੱਲ ਨੂੰ ਅਸੀਂ 24ਵਾਂ ਚੈਪਟਰ ਪੜਾਂਗੇ। ਆਓ ਅਸੀਂ ਇਸ ਦੀਆਂ ਸਿਰਫ ਤੇ ਸਿਰਫ 16 ਆਇਤਾਂ ਜਿਸ ਨੂੰ ਮਿਲ ਜਾਏ, ਆਓ ਇਸ ਨੂੰ ਅਸੀਂ ਪੜ੍ਹੀਏ ਔਰ ਫਿਰ ਆਪਾਂ ਦੁਆ ਕਰਾਂਗੇ। ਯਹੋਸ਼ੂਆ ਦਾ 23ਵਾਂ ਪਾਠ। ਯਹੋਸ਼ੂਆ ਦਾ ਅੰਤਮ ਉਪਦੇਸ਼। ਬਹੁਤ ਸਮੇਂ ਦੇ ਪਿੱਛੋਂ ਪ੍ਰਭੂ ਨੇ ਇਸਰਾਏਲੀ ਲੋਕਾਂ ਨੂੰ ਉਹਨਾਂ ਦੇ ਚਾਰੇ ਪਾਸੇ ਦੇ ਵੈਰੀਆਂ ਤੋਂ ਆਰਾਮ ਦਿੱਤਾ। ਇਸ ਸਮੇਂ ਤੱਕ ਯਹੋਸ਼ੂਆ ਕਾਫੀ ਵੱਡੀ ਉਮਰ ਦਾ ਹੋ ਗਿਆ ਸੀ। ਤਦ ਯਹੋਸ਼ੂਆ ਨੇ ਇਸਰਾਏਲ ਦੇ ਸਭ ਬਜ਼ੁਰਗਾਂ, ਆਗੂਆਂ, ਨਿਆਂਕਾਰੀਆਂ ਅਤੇ ਅਧਿਕਾਰੀਆਂ ਨੂੰ ਸੱਦ ਕੇ ਕਿਹਾ, ਮੈਂ ਹੁਣ ਕਾਫੀ ਬੁੱਢਾ ਹੋ ਗਿਆ ਹਾਂ। ਇਸ ਸਾਰੇ ਸਮੇਂ ਵਿੱਚ ਤੁਸੀਂ ਆਪਣੀਆਂ ਅੱਖਾਂ ਨਾਲ ਸਭ ਕੁਝ ਦੇਖ ਚੁੱਕੇ ਹੋ ਕਿ ਪ੍ਰਭੂ ਤੁਹਾਡੇ ਪਰਮੇਸ਼ਰ ਨੇ ਤੁਹਾਡੀ ਖਾਤਰ ਇਹਨਾਂ ਸਭ ਕੌਮਾਂ ਨਾਲ ਆਪ ਲੜ ਕੇ ਉਹਨਾਂ ਦਾ ਕੀ ਹਾਲ ਕੀਤਾ ਹੈ। ਮੈਂ ਉਹ ਸਾਰੀ ਧਰਤੀ ਜੋ ਮੈਂ ਜਿੱਤੀ ਹੈ, ਅਰਥਾਤ ਜਰਦਨ ਦਰਿਆ ਤੋਂ ਲੈ ਕੇ ਵੱਡੇ ਸਾਗਰ ਤੱਕ ਦੀ ਧਰਤੀ ਤੁਹਾਨੂੰ ਵੰਡ ਦਿੱਤੀ ਹੈ। ਇਸ ਦੇ ਨਾਲ ਹੀ ਮੈਂ ਉਹ ਸਭ ਧਰਤੀ ਵੀ ਤੁਹਾਨੂੰ ਵੰਡ ਦਿੱਤੀ ਹੈ ਜੋ ਅਜੇ ਸਾਡੇ ਅਧਿਕਾਰ ਵਿੱਚ ਨਹੀਂ ਆਈ ਹੈ। ਪਰ ਤੁਸੀਂ ਉਸ ਧਰਤੀ ਤੋਂ ਉੱਥੋਂ ਦੇ ਸਭ ਲੋਕਾਂ ਨੂੰ ਕੱਢ ਦੇਵੋਗੇ ਅਤੇ ਪ੍ਰਭੂ ਤੁਹਾਡਾ ਪਰਮੇਸ਼ਰ ਆਪਣੀ ਪ੍ਰਤਿਗਿਆ ਦੇ ਅਨੁਸਾਰ ਆਪ ਉਹ ਸਾਰੀ ਧਰਤੀ ਤੁਹਾਨੂੰ ਦੇਵੇਗਾ। ਸੋ ਤੁਸੀਂ ਮੂਸਾ ਦੀ ਵਿਵਸਥਾ ਦੀ ਪੁਸਤਕ ਵਿੱਚ ਜੋ ਕੁਝ ਲਿਖਿਆ ਹੈ ਉਸ ਨੂੰ ਪੂਰੀ ਤਰ੍ਹਾਂ ਨਾਲ ਮੰਨਣਾ, ਉਸ ਦੇ ਕਿਸੇ ਹਿੱਸੇ ਨੂੰ ਨਾ ਰੱਦਣਾ। ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਆਪਣੇ ਪਿੱਛੇ ਰਹਿ ਰਹੇ ਲੋਕਾਂ ਤੋਂ ਬਚਾਈ ਰੱਖੋਗੇ। ਤੁਸੀਂ ਉਹਨਾਂ ਦੇ ਕਿਸੇ ਦੇਵਤੇ ਦੀ ਪੂਜਾ ਨਾ ਕਰਨਾ ਅਤੇ ਨਾ ਉਸ ਅੱਗੇ ਮੱਥਾ ਟੇਕਣਾ, ਨਾ ਹੀ ਉਹਨਾਂ ਦੇ ਕਿਸੇ ਦੇਵਤੇ ਦਾ ਨਾਂ ਲੈ ਕੇ ਸਹੁੰ ਚੁੱਕਣਾ। ਸਗੋਂ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਆਗਿਆਕਾਰ ਉਸੇ ਤਰ੍ਹਾਂ ਰਹਿਣਾ ਜਿਸ ਤਰ੍ਹਾਂ ਤੁਸੀਂ ਅੱਜ ਦੇ ਦਿਨ ਤੱਕ ਰਹੇ ਹੋ। ਪ੍ਰਭੂ ਨੇ ਤੁਹਾਡੇ ਸਾਹਮਣੇ ਉਹ ਵੱਡੀਆਂ ਸ਼ਕਤੀਸ਼ਾਲੀ ਕੌਮਾਂ ਨੂੰ ਕੱਢ ਦਿੱਤਾ। ਉਹਨਾਂ ਦਾ ਕੋਈ ਆਦਮੀ ਅੱਜ ਤੱਕ ਤੁਹਾਡੇ ਵਿਰੁੱਧ ਖੜਾ ਨਾ ਹੋ ਸਕਿਆ। ਤੁਹਾਡੇ ਇੱਕ ਆਦਮੀ ਦੇ ਸਾਹਮਣੇ ਵੈਰੀ ਦੇ 1000 ਆਦਮੀ ਨੱਠ ਉੱਠੇ, ਕਿਉਂਕਿ ਤੁਹਾਡੇ ਲਈ ਪ੍ਰਭੂ ਤੁਹਾਡਾ ਪਰਮੇਸ਼ਰ ਆਪ ਆਪਣੀ ਪ੍ਰਤਿਗਿਆ ਅਨੁਸਾਰ ਲੜਦਾ ਹੈ। ਇਸ ਲਈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਨੂੰ ਪੂਰੇ ਦਿਲ ਨਾਲ ਪਿਆਰ ਕਰੋ। ਜੇਕਰ ਤੁਸੀਂ ਆਪਣੇ ਵਿਚਕਾਰ ਰਹਿ ਰਹੀਆਂ ਕੌਮਾਂ ਦੇ ਲੋਕਾਂ ਨਾਲ ਵਿਆਹ ਸ਼ਾਦੀਆਂ ਕਰੋਗੇ ਤਾਂ ਆਪਣੇ ਪ੍ਰਭੂ ਵੱਲੋਂ ਮੂੰਹ ਮੋੜੋਗੇ, ਤਾਂ ਪ੍ਰਭੂ ਤੁਹਾਡਾ ਪਰਮੇਸ਼ਰ ਇਹਨਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਨਹੀਂ ਕੱਢੇਗਾ। ਤਦ ਉਹ ਲੋਕ ਤੁਹਾਡੇ ਫਸਾਉਣ ਵਾਲੀ ਜਾਲ ਜਾਂ ਫੰਦੇ ਦਾ ਕੰਮ ਕਰਨਗੇ। ਉਹ ਤੁਹਾਡੇ ਪਾਸੇ ਭੰਨਣ ਅਤੇ ਅੱਖਾਂ ਵਿਚਲੇ ਕੰਡਿਆਂ ਵਾਂਗ ਹੋਣਗੇ। ਉਹ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਰਤਾਓ ਉਸ ਸਮੇਂ ਤੱਕ ਕਰਨਗੇ ਜਦੋਂ ਤੱਕ ਕਿ ਤੁਸੀਂ ਉਸ ਧਰਤੀ ਤੋਂ ਨਾਸ਼ ਹੋ ਜਾਵੋ ਜੋ ਪ੍ਰਭੂ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਹੈ। ਮੇਰੀ ਹੁਣ ਅੰਤਮ ਘੜੀ ਲਾਗੇ ਆ ਗਈ ਹੈ। ਇਸ ਸਮੇਂ ਤੱਕ ਤੁਸੀਂ ਆਪਣੇ ਆਪਣੇ ਦਿਲਾਂ ਅਤੇ ਮਨਾਂ ਵਿੱਚ ਜਾਣਦੇ ਹੋ ਕਿ ਪ੍ਰਭੂ ਤੁਹਾਡੇ ਪਰਮੇਸ਼ਰ ਨੇ ਆਪਣੀ ਪ੍ਰਤਿਗਿਆ ਅਨੁਸਾਰ ਸਭ ਗੱਲਾਂ ਪੂਰੀਆਂ ਕੀਤੀਆਂ ਹਨ। ਉਸ ਦੀ ਪ੍ਰਤਿਗਿਆ ਕੀਤੀ ਕੋਈ ਗੱਲ ਵੀ ਝੂਠੀ ਸਿੱਧ ਨਹੀਂ ਹੋਈ ਹੈ। ਇਸ ਲਈ ਜਿਸ ਤਰ੍ਹਾਂ ਉਸਨੇ ਆਪਣੀਆਂ ਸਭ ਚੰਗੀਆਂ ਪ੍ਰਤਿਗਿਆਵਾਂ ਤੁਹਾਡੇ ਸੰਬੰਧ ਵਿੱਚ ਪੂਰੀਆਂ ਕੀਤੀਆਂ ਹਨ, ਉਹ ਇਸੇ ਤਰ੍ਹਾਂ ਬੁਰੀਆਂ ਗੱਲਾਂ ਵੀ ਪੂਰੀਆਂ ਕਰੇਗਾ ਜੋ ਉਸਨੇ ਤੁਹਾਡੇ ਸੰਬੰਧ ਵਿੱਚ ਕਹੀਆਂ ਹਨ।
ਸੋ ਜੇਕਰ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਕੀਤੇ ਨੇਮ ਨੂੰ ਤੋੜੋਗੇ ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰੋਗੇ ਤਾਂ ਪ੍ਰਭੂ ਦਾ ਗੁੱਸਾ ਤੁਹਾਡੇ ਵਿਰੁੱਧ ਭੜਕੇਗਾ ਅਤੇ ਤੁਸੀਂ ਉਸ ਚੰਗੀ ਧਰਤੀ ਤੋਂ ਨਾਸ਼ ਹੋ ਜਾਵੋਗੇ ਜੋ ਉਸਨੇ ਤੁਹਾਨੂੰ ਦਿੱਤੀ ਹੈ। ਆਮੀਨ। ਆਮੀਨ। ਸੋ ਹੁਣ ਅਸੀਂ ਇਹ ਦੇਖਦੇ ਪਏ ਕਿ ਯਹੋਸ਼ੂਆ ਨੇ ਸਾਰੀਆਂ ਚੀਜ਼ਾਂ ਬੜੀਆਂ ਇੱਕ ਪਾਕਟ ਦੇ ਵਿੱਚ ਰੱਖੀਆਂ। ਉਸਨੂੰ ਪਤਾ ਕਿ ਉਸਦਾ ਕੰਮ ਖਤਮ ਹੋ ਚੁੱਕਾ। ਉਸਨੇ ਕੋਈ ਵੀ ਗੱਲ ਐਸੀ ਨਹੀਂ ਕੀਤੀ ਕਿਉਂਕਿ ਇੱਕ ਤਾਂ ਉਹ ਕਿਉਂਕਿ ਉਸਨੇ ਆਪਣਾ ਅਧਿਕਾਰ ਉਹ ਦੇ ਚੁੱਕਾ ਹੈ। ਦੂਸਰੀ ਚੀਜ਼ ਕਿ ਉਸਦਾ ਸਾਰਾ ਕੰਮ ਪੂਰਾ ਹੋ ਚੁੱਕਾ। ਹੁਣ ਉਹ ਯਹੋਸ਼ੂਆ ਨਹੀਂ, ਉਹ ਹੁਣ ਵਾਪਸ ਹੋਸ਼ਿਆ ਆ। ਸੋ ਉਸਨੇ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਚੇਤੇ ਕਰਾ ਦਿੱਤੀਆਂ ਕਿ ਭਾਈ ਪ੍ਰਭੂ ਤੁਹਾਡੇ ਪਰਮੇਸ਼ਰ ਨੇ ਤੁਹਾਡੇ ਨਾਲ ਇਹ ਸਾਰੇ ਕੰਮ ਕੀਤੇ। ਪ੍ਰਭੂ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਇਹ ਸਾਰੀਆਂ ਬਰਕਤਾਂ ਦਿੱਤੀਆਂ। ਸੋ ਇਸ ਚੀਜ਼ ਨੂੰ ਯਾਦ ਰੱਖਿਓ ਕਿ ਜੇ ਉਸਨੇ ਆਪਣੀਆਂ ਚੰਗੀਆਂ ਗੱਲਾਂ ਤੁਹਾਡੇ ਨਾਲ ਪੂਰੀਆਂ ਕੀਤੀਆਂ ਜਦ ਤੁਸੀਂ ਆਗਿਆਕਾਰੀ ਸੀ, ਤੇ ਉਸ ਦਾ ਕ੍ਰੋਧ ਵੀ ਤੁਹਾਡੇ ਨਾਲ ਆਏਗਾ ਜਦੋਂ ਤੁਸੀਂ ਅਵਗਿਆਕਾਰੀ ਹੋ। ਸੋ ਪ੍ਰਭੂ ਦੇ ਆਗਿਆਕਾਰੀ ਬਣ ਕੇ ਰਹੋ। ਸੋ ਇੱਕ ਬਜ਼ੁਰਗ ਇਸ ਤਰੀਕੇ ਦੇ ਨਾਲ ਗੱਲ ਕਰਦਾ ਪਿਆ ਕੌਮ ਦੇ ਨਾਲ ਕਿ ਉਹਨਾਂ ਨੂੰ ਇੱਕ ਵੱਡੇ ਲੈਵਲ ਤੇ ਚੀਜ਼ ਨੂੰ ਚੇਤੇ ਕਰਾ ਰਿਹਾ। ਉਹਨਾਂ ਦੀ ਨਿਟੀ ਗ੍ਰਿਟੀ ਨਹੀਂ ਫੜਦਾ ਕਿ ਭਾਈ ਤੂੰ ਆਹ ਕੀਤਾ ਤੇ ਤੂੰ ਉਹ ਕੀਤਾ ਤੇ ਤੂੰ ਆਹ ਕੀਤਾ। ਉਹ ਨਹੀਂ ਇਸ ਚੀਜ਼ ਨੂੰ ਨਹੀਂ ਦੇਖਦਾ ਪਿਆ। ਉਹ ਇੱਕ ਵੱਡੇ ਲੈਵਲ ਤੇ ਸਾਰੀ ਹੁਣ ਗੱਲ ਕਰਦਾ, ਇੱਕ ਸੰਪੂਰਨ ਲੈਵਲ ਤੇ ਉਹ ਗੱਲ ਕਰਦਾ। ਸੋ ਜੇ ਉਹ ਬੁੱਤ ਪ੍ਰਸਤੀ ਦੇ ਕਰਕੇ ਦੁੱਖ ਉਠਾਉਂਦੇ ਪਏ ਆ ਤੇ ਇਸ ਦੇ ਵਿੱਚ ਇੱਕ ਚੀਜ਼ ਦਿਖਾਈ ਦੇ ਰਹੀ ਕਿ ਭਾਈ ਜਿਹੜੇ ਤੁਸੀਂ ਦੁੱਖ ਉਠਾਉਣੇ ਪਏ ਆ ਉਹ ਤੁਸੀਂ ਬੁੱਤ ਪ੍ਰਸਤੀ ਕਰਦੇ ਪਏ। ਔਰ ਜੇ ਤੁਸੀਂ ਇਸ ਵੇਲੇ, ਕਿਉਂਕਿ ਕਾਰਨ ਇਹ ਹੈ ਕਿ ਇੱਕ ਰਾਜ ਦੇ ਥੱਲੇ ਸਾਰੀ ਧਰਤੀ ਇਸ ਵੇਲੇ ਨਹੀਂ, ਹਰ ਪਾਸੇ ਨਿਆਈ ਆਣਾ ਦੇ। ਕੋਈ ਨਿਆਈ ਕਿਤੇ ਹੋਇਆ, ਕੋਈ ਨਿਆਈ ਕਿਤੇ ਹੋਇਆ, ਕੋਈ ਨਿਆਈ ਕਿਤੇ ਹੋਇਆ। ਅਸੀਂ ਇਸ ਚੀਜ਼ ਨੂੰ ਬੜੇ ਇਸ ਨੂੰ ਦੇਖਾਂਗੇ ਕਿ ਸਾਰੀਆਂ ਚੀਜ਼ਾਂ ਕਿੱਥੇ ਹੋ ਰਹੀਆਂ, ਕਿੱਥੇ ਕਿਹੜਾ ਇਲਾਕਾ ਜਿਹੜਾ ਪ੍ਰਭੂ ਦੇ ਖਿਲਾਫ ਚੱਲਦਾ ਪਿਆ, ਕਿਹੜਾ। ਇਸੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਭਈ ਇਹ ਦੈਟ ਇਜ਼ ਅਨਫ, ਸਾਨੂੰ ਹੁਣ ਇੱਕ ਰਾਜ ਆ ਦੇ ਜਿਹੜਾ ਸਾਰੇ ਤੇ ਰਾਜ ਕਰੇ, ਜਿਹੜਾ ਕੰਟਰੋਲ ਜਿਹੜਾ ਸਾਰਿਆਂ ਤੇ ਹੋਵੇ। ਇਸ ਕਰਕੇ ਉਸਨੇ ਇਹ ਚੀਜ਼ ਕਹੀ। ਹੁਣ ਕੱਲ ਨੂੰ ਅਸੀਂ ਇਹ ਸਾਰੀਆਂ ਚੀਜ਼ਾਂ ਖੋਲ ਕੇ ਦੇਖਾਂਗੇ। ਕੱਲ ਨੂੰ ਅਸੀਂ ਯਹੋਸ਼ੂਆ ਦੀ ਪੁਸਤਕ ਨੂੰ ਖਤਮ ਕਰਾਂਗੇ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਾਂਗੇ ਔਰ ਇਸ ਚੀਜ਼ ਦਾ ਮਤਲਬ ਜਾਣਾਂਗੇ ਕਿ ਜਿਸ ਲਈ ਪ੍ਰਭੂ ਉਸਨੇ ਕਿਹਾ ਸੀ ਮੈਂ ਤੇ ਮੇਰਾ ਘਰਾਨਾ, ਤੁਸੀਂ ਭਾਈ ਜੋ ਮਰਜ਼ੀ ਕਰੋ। ਉਸਨੇ ਆਪਣੇ ਕੁੱਲ ਤੋਂ ਔਰ ਕੁੱਲ ਤੋਂ ਆਪਣੇ ਕਬੀਲਾ ਔਰ ਆਪਣੇ ਕਬੀਲੇ ਨੂੰ ਵੀ ਕਹਿਤਾ ਸੀ ਜੋ ਮਰਜ਼ੀ ਤੁਸੀਂ ਕਰੋ, ਔਰ ਕੁੱਲ ਦੇ ਲੋਕਾਂ ਨੂੰ ਵੀ ਕਹਿਤਾ ਸੀ ਜੋ ਮਰਜ਼ੀ ਤੁਸੀਂ ਕਰੋ। ਘਰਾਨੇ ਤੇ ਗੱਲ ਆ ਕੇ ਮੁੱਕ ਗਈ ਸੀ ਤੇ ਮੈਂ ਤੇ ਮੇਰਾ ਘਰਾਨਾ। ਅਸੀਂ ਤਾਂ ਪ੍ਰਭੂ ਦੇ ਪਿੱਛੇ ਚੱਲੇ, ਤੁਸੀਂ ਜੋ ਮਰਜ਼ੀ ਕਰੋ। ਆਮੀਨ। ਆਓ तेरे प्रभु तेरा शुक्र करते हैं, तू महान आ, तू दयालु, तू कृपालु। ये लोग प्रभु जी जिन्हां बारे असीं पढ़दे पए हैं कि ये डिजर्व करदे सी कि इन्हां नूं कदी एक देश मिलदा, एक आजादी मिलदी और अज तक वो देश रहिंदा। इन्हां दे कम्मां नूं देखते तो प्रभु जी असीं कह सकदे कि नहीं, बिल्कुल नहीं। पर खुदावंद ये तेरी सहन शक्ति है जो इन्हां दे नाल सी, और इसी तरह प्रभु जी तेरी सहन शक्ति है जो साडे नाल। असीं भी कुछ नहीं डिजर्व करते, पर तेरा शुक्र जिस तरह इस धरती ते इन्हां दा राज है, इस धरती ते उस हिस्से ते इन्हां दा राज है प्रभु जी, इसी तरह तो प्रभु जी साडे लिए एक घर चुनिया है जिथे तेरा राज होएगा और असीं तेरे लोग, तेरे लोग तेरा चेहरा देखेंगे तो उन्हां दे अथरू पूंजेगा और जो तेरी हजूरी दे नाल भरिया। इसलिए असीं तेरा शुक्र करते हैं
कि प्रभु जी तू सानू बहुत बड़ा और मुबारक वादा दिता। प्यारे प्रभु इस धरती ते तू साडे उत्ते रहम कर, सानू बुरे और बुरे रस्तियां तो बचा के रख, सानू अपनियां सोचां और अपने चुने हुए रस्तियां तो बचा के रख। साडी जीव और जवान प्रभु जी दोनों दे उत्ते तेरी और सोचां उत्ते तेरा हमेशा कब्जा। जे तेनू मैं ना धोवां तो तेरा मेरे विच कुछ नहीं। प्रभु जी सानू धो साफ कर ताकि असी तेरे रास्ते से चल सके। ये सब कुछ असी अपने प्यारे प्रभु यसु मसीह दे मिठे और प्यारे और सारे भैन ब्लेस यू। कल नूं मिलांगे और कल नूं आपां यहोशुआ दी पुस्तक नूं खत्म करेंगे। फिर अगे